ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੁਖ ਟਲ ਗੁਰ ਸੇਵੀਐ, ਅਹਣ ਸੁ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੇ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਸਾਵਣ ਸਰਸੇ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਸ਼ਾਰ। ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਹਰ ਮਿਲਨੈ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੇ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ
ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੱਜ ਸਾਉਣ ਦੇ ਮਹੀਨੇ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਆਓ ਜਿੱਥੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪਾਂ ਸਾਰੇ ਕਰ ਰਹੇ ਹਾਂ, ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਰ ਮਹੀਨੇ ਸਾਨੂੰ ਜੋ ਮਹੀਨੇ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਦੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ। ਅਤੇ ਅੱਜ ਉਹ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਸੋ ਕੁਝ ਕੁ ਵਿਚਾਰਾਂ ਉਸ ਬਾਬਤ ਵੀ ਆਪ ਜੀ ਨਾਲ ਸਾਂਝੀ ਕਰਨੀਆਂ ਨੇ। ਉਹ ਵਿਚਾਰ ਆਰੰਭਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੇ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਦੇ ਨਾਣੇ ਨੂੰ ਸਿਆਰੀ ਹੈ, ਜਿੰਦਾ ਅਖਰੀ ਅਰਥ ਸਾਉਣ ਦੇ ਵਿੱਚ ਸਾਰਸੀ। ਭਾਵੇਂ ਪਾਠ ਇਕੱਠਾ ਹੈ ਪਰ ਸਾਰਸੀ ਉਹ ਰਸ ਭਰੀ ਹੈ। ਕੌਣ? ਕਾਮਣੀ। ਕਾਮਣੀ ਦਾ ਅਖਰੀ ਅਰਥ ਇਸਤਰੀ, ਔਰ ਇਸਤਰੀ ਦਾ ਭਾਵ ਅਰਥ ਹੈ ਜੀਵ ਰੂਪੀ ਇਸਤਰੀ। ਸਾਉਣ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀ ਦੇ ਅੰਦਰ ਰਸ ਭਰ ਗਿਆ, ਉਹ ਰਸ ਭਰੀ ਹੋ ਗਈ। ਕੌਣ ਜੀ? ਕਹਿੰਦੇ ਚਰਨ ਕਮਲ ਸਿਉ ਪਿਆਰ, ਜਿੰਦਾ ਪਿਆਰ ਆਪਣੇ ਗੁਰੂ ਪਰਮੇਸ਼ਰ ਰੱਬ ਦੇ ਚਰਨਾਂ ਕਮਲਾਂ ਨਾਲ ਪੈ ਗਿਆ। ਕਿਉਂਕਿ ਸਾਉਣ ਦਾ ਮਹੀਨਾ ਹੈ ਔਰ ਸਤਿਗੁਰੂ ਜੀ ਕਹਿੰਦੇ ਨੇ ਬੜਾ ਰਸ ਦੇ ਨਾਲ ਭਰਿਆ ਹੋਇਆ ਹੈ। ਪਰ ਰਸ ਵੀ ਅਸਲ ਵਿੱਚ ਉਹਨਾਂ ਦੇ ਜੀਵਨ 'ਚ ਹੈ ਜਿਨ੍ਹਾਂ ਦਾ ਪਿਆਰ ਪ੍ਰਭੂ ਦੇ ਚਰਨਾਂ 'ਚ ਹੈ। ਕਿਉਂਕਿ ਇਹ ਬਚਨ ਸਤਿਗੁਰੂ ਜੀ ਨੇ ਪਿਛਲੇ ਹਾੜ ਦੇ ਮਹੀਨੇ ਦੇ ਉਦਾਹਰਣ ਦੇ ਕੇ ਸਾਨੂੰ ਸਮਝਾਏ ਸਨ ਕਿ ਅਸਾੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ। ਇਹ ਲੜੀ ਉੱਥੇ ਅੱਗੇ ਚੱਲਦੀ ਹੈ ਕਿ ਹਾੜ ਦਾ ਮਹੀਨਾ ਤਪਦਾ ਬੜਾ ਹੈ। ਪਹਿਲੀ ਪੰਕਤੀ ਦੇ ਵਿੱਚ ਪਾਵਨ ਬਚਨ ਕਹੇ ਸਨ ਕਿ ਹਾੜ ਦਾ ਮਹੀਨਾ ਤਪਦਾ ਹੈ, ਪਰ ਤਪਦਾ ਉਹਨਾਂ ਦੇ ਲਈ ਹੈ ਜਿਹੜੀਆਂ ਜੀਵ ਰੂਪੀ ਇਸਤਰੀਆਂ ਰੱਬ ਦੇ ਨਾਲੋਂ ਵਿਛੜ ਗਈਆਂ ਨੇ। ਅਸਾੜ ਤਪੰਦਾ ਤਿਸ ਲੱਗਾ, ਹਰ ਨਾਹ ਨ ਜਿੰਨਾ ਪਾਸ। ਤੇ ਸ਼ਬਦ ਦੇ ਖੀਰ ਤੇ ਕਿਹਾ ਸੀ, ਨਹੀਂ ਭਾਈ, ਅਸਾੜ ਦਾ ਮਹੀਨਾ ਵੀ ਉਹਨਾਂ ਵਾਸਤੇ ਸੁਹਾਵਣਾ ਹੈ ਜਿਨ੍ਹਾਂ ਦਾ ਪਿਆਰ ਰੱਬ ਦੇ ਪ੍ਰਭੂ ਦੇ ਚਰਨਾਂ ਵਿੱਚ ਪਿਆ ਹੈ। ਕਿਉਂਕਿ ਸਤਿਗੁਰੂ ਦਾ ਪਾਵਨ ਬਚਨ ਕਿ ਅੱਜ ਸਾਉਣ ਦੇ ਮਹੀਨੇ ਦੇ ਰਾਹੀਂ ਸਮਝਾਉਂਦੇ ਨੇ ਜੀਵ ਰੂਪੀ ਇਸਤਰੀ ਦੇ ਅੰਦਰ ਰਸ ਭਰ ਗਿਆ, ਜਿਨ੍ਹਾਂ ਦਾ ਪਿਆਰ ਹੈ। ਔਰ ਪਿਆਰ ਜੇ ਹੋਵੇ ਤੇ ਪਿਆਰ ਫਿਰ ਹੋਵੇ ਕਿਵੇਂ ਦਾ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਵਨ ਸ਼ਬਦ ਦੇ ਵਿੱਚ ਉਦਾਹਰਨਾਂ ਦੇ ਕੇ ਸਮਝਾਇਆ ਕਿ ਜੇ ਪਿਆਰ ਕਰਨਾ ਮਨਾ ਫਿਰ ਇਵੇਂ ਦਾ ਕਰੀ ਕਿ ਰੇ ਮਨ ਐਸੇ ਹਰ ਸਿਉ ਪ੍ਰੀਤ ਕਰ, ਜੈਸੇ ਚਾਤਰਕ ਮੇਹ ਚਾਤਰਕ ਬਬੀਹਾ। ਜੇ ਗੁਰੂ ਨਾਲ ਪਰਮੇਸ਼ਰ ਨਾਲ ਪ੍ਰੇਮ ਕਰਨਾ ਤੇ ਇਵੇਂ ਦਾ ਕਰੀ ਜਿਵੇਂ ਇੱਕ ਬਬੀਹੇ ਦਾ ਮੀਂਹ ਦੇ ਨਾਲ ਹੈ, ਤੇ ਮੀਂਹ ਦੇ ਉਸ ਸਵੰਤੀ ਬੂੰਦ ਦੇ ਨਾਲ ਹੈ ਕਿ ਜਦੋਂ ਤੱਕ ਮੂੰਹ ਦੇ ਵਿੱਚ ਉਹ ਬੂੰਦ ਪਵੇ ਨਾ, ਬਬੀਹੇ ਦੀ ਪਿਆਸ ਜਾਂਦੀ ਨਹੀਂ, ਉਦੋਂ ਤੱਕ ਪੁਕਾਰ ਨੂੰ ਹਟਦਾ ਨਹੀਂ।
और सतगुरु जी ने किरपा भी की कि पानी भावें मीह दे नाल धरती ते किन्ना भी आ जाए, और बथेरे पासे हड़ भी आउंदे ने, भावें धरती जल थल हुई होवे, पर बबेहे दी प्यास उदों तक नहीं जानी कि जदों तक रब जी तू बदल बन के वो सवांती बूंद उनके मूँह दे विच ना पाई। और गुरु साहब ने किरपा की ते बबीहा उस जग्यासू नूं कह जां कह लिए कि सिख नूं कह जिंदा प्यार अपने गुरु नाल बिल्कुल इसे तरह का है। सतगुरु कहते ने रे मन ऐसे हर स्यों प्रीत कर, जैसे चातरक में सार पार थल हरियावले, सारे पासे हरियावले धरती पानी पानी है, पर कहते एक बूंद न पवी के बबेहे दे प्यास किवें जावे जदों तक मूँह दे विच एक बूंद पवे ना। और सचमुच जिदन असीं बबेहे की तरह बन के अंदर दे प्रेम नाल पुकारिया ना, तो फिर गुरु साहब जी कहते हैं बबेहे दे पुकार ते रब सुनता है, जरूर सुनता है। हुण इत्थे बबेहा गुरसिख नूं कहा ते बदल सतगुरु जी कहते हैं गुरु है। तू बबेहे की तरह पुकार ते सही, गुरु ते बदल बन के आएगा। गुरु ने तो ज्ञान का मीह पाउणा है, सवांती बूंद तेरे मूँह च पाउणी है, तू पुकार ते सही। और इसे नूं पावन बचन कहे सन, बाबीहा अमृत वेले बोलिया तां दर सुनी पुकार, तू बोल तो सही। और बाबा कबीर जी कहते हैं भाई बोल, उच्चा उच्चा बोल, कदे तो सुनेगा। किसों किसों कुकीया ना सोईया आसार, बाबा कबीर जी कहते हैं उच्चा उच्चा बोल, रात देश दिवस के कूकने कबू के सुने पुकार, कदे तो सुनेगा। बस पुकार बबेहे की तरह अंदर के प्यार नाल पुकार गुरु सुनता है। और सतगुरु जी कहते हैं जदों गुरु के सिख ने बबेहे की तरह अंदर के प्रेम नाल पुकारिया, फिर गुरु बदल बन के आया। बबीहा अमृत वेला बोलिया तां दर सुनी पुकार, ते पुकार केड़ी सी कि मेघे नूं फरमान होवा वरसो किरपा धार। मेघे गुरु नूं हुक्म होया भई हुण इहदे ते किरपा करो, वरसो किरपा धार। और गुरु किरपा कर देने, पर किरपा हुण गुरु साहब ने तो करनी है, हुण भी करते पे ने, बोलते ने गुरु साहब जी तू पुकार। गुरु साहब जी बदल बन के एक ज्ञान का मीह पा रहे ने, पर जिहड़ा ज्ञान है, जिहड़ा सच है, वो सारिਆਂ ਨੂੰ पाउंदा नहीं। मन के पिछे चलण वाले ने अपनी ही बनाई हुई किसी रहत नूं, किसी मर्यादा नूं इन्ना को अपनाउंदे ने कि अकाल तख्त की मर्यादा भावें कुछ कवे नहीं जी, असीं ते बस यही करनी है। और फिर उवें दे लोकां नूं जिहड़ी एक गुरु की सच की बाणी है, सच का मीह है, ये भाउंदा नहीं, चंगा नहीं लगता। और गुरु साहब ने उदाहरणां दित्तियां ने कि साउण के महीने राही समझाते हैं, हुण साउण च मीह पवे तो सारे लोग, सारे जीव खुश नहीं होंदे। चार चार दी उदाहरणां दित्तियां कि चार कु तरह के जीव ऐसे ने जिहड़े मीह पैण करके बहुत ही खुश होंदे ने, पर चार कु तरह के वो भी ने कि जिहड़े मीह पैण नाल बिल्कुल कह लिए कि निराश ही हो जाते हैं कि ये पिया ही क्यों, पैना चाहिए ही नहीं सी। बिल्कुल सतगुरु की बाणी और सच इस तरह का सारिਆਂ ਨੂੰ ਭਾਉਂਦਾ नहीं, चंगा नहीं लगता। गुरु साहब ने उत्थे उदाहरण दे के कहा कि ਭਾਉਂਦਾ किन्हां नूं है जी। चार जीव वो ने जिन्हों गुरु साहब जी कहते हैं नानक सावण जे वसै चहूँ उमाहा होए। चार जणिਆਂ ਨੂੰ अत की प्रसन्नता ते किहड़े ने, कहते नागा मिर्गा मच्छियां रसियां घर तन होए। हुण चार जणे की गिनती की। मीह पवे सब तो वध खुशी है नागां नूं, ਜਿਹੜੇ जेठ हाल के गर्मी के विच खुड्डां दे विच रह रह के तपस नाल बुरा हाल सी। मीह पिया नाग बड़े प्रसन्न ने। मिर्गां जंगलों का जिहड़ा घाह भी सुक गया सी, लू सहार सहार के पानी तो तरसते हुए जदों मीह पिया कहते सब तो वध फिर उस तो बाद जिहड़े मिर्ग ने हिरन ने, इन्हां नूं खुशी मिली।
नागा मिर्गा मच्छियाँ ਜਿਹੜੇ ਤਲਾਬ ਨੇ ਛੱਪੜ ਨੇ ਜਿਨ੍ਹਾਂ ਦਾ ਪਾਣੀ ਸੁੱਕ ਚੁੱਕਿਆ ਸੀ ਜਾਂ ਘਟ ਚੁੱਕਿਆ ਸੀ, ਜਿਹੜੀਆਂ ਮੱਛੀਆਂ ਨੇ ਤਪਸ਼ ਦੇ ਨਾਲ, ਗਰਮ ਪਾਣੀ ਦੇ ਨਾਲ ਅੰਦਰੋਂ ਤੜਫਦੀਆਂ ਸਨ, ਇੰਨਾ ਗਰਮ। ਅੱਜ ਮੀਂਹ ਪਿਆ, ਕਹਿੰਦੇ ਸਭ ਤੋਂ ਵੱਧ ਖੁਸ਼ੀ ਉਹਨਾਂ ਮੱਛੀਆਂ ਨੂੰ ਹੋਈ। ਔਰ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਚੌਥੀ ਤਰ੍ਹਾਂ ਦੇ ਉਹ ਲੋਕ ਨੇ, ਉਹ ਮਨੁੱਖ ਨੇ ਕਿ ਰਸੀਆਂ ਘਰ ਤਨ ਹੋਏ, ਜਿਹੜੇ ਰਸੀਏ ਨੇ, ਰਸ ਲੈਣ ਵਾਲੇ ਨੇ, ਜਿਨ੍ਹਾਂ ਦੇ ਘਰ 4 ਕਹਿ ਲਈਏ ਕਿ ਰੁਪਈਏ ਨੇ। ਜਿਹੜੇ ਧਨਾੜ ਲੋਕ ਨੇ, ਅਮੀਰ ਲੋਕ ਨੇ, ਝੜੀ ਲੱਗੀ ਬੜੇ ਪ੍ਰਸੰਨ ਨੇ, ਕਿਉਂਕਿ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ। ਜੇ 8-10 ਦਿਨ ਦੀ ਝੜੀ ਲੱਗ ਜੇ, 8-10 ਦਿਨ ਕਿਤੇ ਕੰਮ ਤੇ ਨਾ ਵੀ ਜਾਈਏ ਤੇ ਘਰ ਬੈਠੇ ਸਾਡਾ ਗੁਜ਼ਾਰਾ ਸੋਹਣਾ ਚੱਲਦਾ, ਉਹ ਖੁਸ਼ ਹੁੰਦੇ ਨੇ ਕਿ ਠੰਡ ਪਈ। ਪਰ ਸਤਿਗੁਰੂ ਜੀ ਨਾਲ ਹੀ ਸਮਝਾਉਂਦੇ ਨੇ, ਇਹ 4 ਤਰ੍ਹਾਂ ਦੇ ਉਹ ਗੁਰਸਿੱਖ ਨੇ ਕਿ ਗੁਰੂ ਦੀ ਬਾਣੀ ਸੁਣ ਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ, ਸੱਚ ਸੁਣ ਕੇ ਸੱਚਮੁੱਚ ਹੀ ਪ੍ਰਸੰਨ ਹੁੰਦੇ ਨੇ। ਪਰ ਉਦਾਹਰਣ ਸੌਣ ਦੇ ਰਾਹੀਂ ਦਿੰਦੇ ਨੇ 4 ਤਰ੍ਹਾਂ ਦੇ ਉਹ ਵੀ ਲੋਕ ਨੇ, ਉਹ ਜੀਵ ਕਹਿ ਲਈ, ਉਹ ਜੀਵ ਨੇ ਜਿਹੜੇ ਬਿਲਕੁਲ ਹੀ ਪ੍ਰਸੰਨ ਨਹੀਂ ਹੁੰਦੇ। ਜਦੋਂ ਗੁਰੂ ਸੱਚ ਬੋਲੇ ਤੇ ਦੇਖੋ ਸੱਚ ਕਿੱਥੇ ਪਾਉਂਦਾ ਹੈ। ਜੇ ਗੁਰੂ ਸਾਹਿਬ ਜੀ ਇਹ ਜੋ ਕੁਝ ਸਾਡੇ ਆਨੰਦ ਕਾਰਜ ਹੁੰਦਾ, ਸ਼ਬਦ ਤੇ ਆਨੰਦ ਕਾਰਜ ਵਰਤਿਆ ਜਾਂਦਾ ਨਾ ਜੀ, ਇਹ ਜਿਹੜੇ ਗੰਦਨ ਵੈਣ ਚੱਲਦੇ ਨੇ, ਜੇ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਕੰਨ ਤੈਨੂੰ ਸੱਚੀ ਬਾਣੀ ਸੁਣਨ ਵਾਸਤੇ ਦਿੱਤੇ ਸਨ, ਇਹ ਗੰਦੇ ਵੈਣ ਸੁਣਨ ਵਾਸਤੇ ਥੋੜ੍ਹੀ ਦਿੱਤੇ ਸਨ, ਫਿਰ ਸੱਚ ਥੋੜ੍ਹੀ ਪਾਉਂਦਾ ਹੈ ਵੀ ਅੱਜ ਦੇ ਦਿਨ ਤੇ ਸੱਚ ਦੀ ਗੱਲ ਨਾ ਕਰੋ, ਅੱਜ ਤੇ ਸਾਡਾ ਵਿਆਹ ਹੈ। ਉਹ ਉਵੇਂ ਦੇ ਲੋਕ ਗੁਰੂ ਸਾਹਿਬ ਨੇ ਇੱਥੇ ਪਾਵਨ ਬਚਨ ਕਹੇ ਨੇ, ਕਹਿੰਦੇ ਨਾਨਕ ਸਾਵਣ ਜੇ ਵਸੈ ਚਹੋਂ ਵਿਛੋੜਾ ਹੋਏ। 4 ਜਣੇ ਜਿਹੜੇ ਵਿਛੜਦੇ ਨੇ ਉਹ ਬਿਲਕੁਲ ਉਸ ਮਨਮੁਖ ਦੀ ਤਰ੍ਹਾਂ ਨੇ। ਮੀਂਹ ਪੈ ਜੇ ਤੇ ਵਿਛੋੜਾ ਕਿਹਨਾਂ ਨੂੰ ਪੈਂਦਾ? ਕਹਿੰਦਾ ਗਾਈ ਪੁੱਤਾਂ, ਗਾਈ ਪੁੱਤਾਂ ਇਕੱਠਾ ਸ਼ਬਦ ਹੈ, ਗਾਵਾਂ ਦੇ ਪੁੱਤਰ ਬਲਦ। ਹੁਣ ਵਿਛੋੜਾ ਪੈਂਦਾ ਹੈ ਨਾ ਜੀ, ਕਿ ਜਿਨ੍ਹਾਂ ਨੂੰ ਜ਼ਿਮੀਂਦਾਰ ਨੇ ਅੱਜ ਮੀਂਹ ਪਿਆ ਤੇ ਸਵੇਰੇ ਉੱਠਦਿਆਂ ਨਾਲ ਹੀ ਕਿ ਰਾਤ ਨੂੰ ਹੀ ਜਿੱਥੇ ਖਾਲੀ ਸੁੱਕੀ ਤੂੜੀ ਮਿਲਦੀ ਸੀ, ਅੱਜ ਉਹਨਾਂ ਬਲਦਾਂ ਨੂੰ ਪੱਠੇ ਵੀ ਪਾਏ, ਅੱਜ ਉਹਨਾਂ ਦੇ ਉੱਤੇ ਖਲ ਦਾਣਾ ਵੀ ਪਾਇਆ। ਔਰ ਬਲਦ ਇੱਕ ਵਾਰੀ ਤਾਂ ਬੜੇ ਖੁਸ਼ ਹੋਣਗੇ ਕਿ ਅੱਜ ਮਾਲਕ ਬੜਾ ਦਿਆਲੂ ਹੈ। ਪਰ ਜਦੋਂ ਉਹਨੂੰ ਕੱਦੂ ਦੇ ਵਿੱਚ ਜਾ ਕੇ ਜੋਇਆ ਜਾਂਦਾ, ਗੁਰੂ ਸਾਹਿਬ ਜੀ ਕਹਿੰਦੇ ਜੇ ਬੋਲਦੇ ਹੋਣ ਤਾਂ ਉਹਨਾਂ ਬਲਦਾਂ ਨੂੰ ਪੁੱਛੋ ਕਿ ਮੀਂਹ ਪੈਣ ਕਰਕੇ ਜੇ ਕਿਸੇ ਨੂੰ ਦੁੱਖ ਹੈ ਤੇ ਸਭ ਤੋਂ ਵੱਧ ਦੁੱਖ ਉਹਨਾਂ ਬਲਦਾਂ ਨੂੰ ਹੈ। ਦੇਖੋ ਭਾਵੇਂ ਅੱਜ ਮਸ਼ੀਨਰੀ ਯੁੱਗ ਹੈ, ਪਰ ਬਹੁਤ ਥਾਵਾਂ ਤੇ ਬਲਦ ਚੱਲਦੇ ਨੇ ਅੱਜ ਵੀ। ਕਹਿੰਦੇ ਗਾਏ ਪੁੱਤਾਂ ਨਿਰਧਨਾ, ਦੂਜੀ ਤਰ੍ਹਾਂ ਦਾ ਦੁੱਖ ਉਹਨਾਂ ਨੂੰ ਜਿਹਨਾਂ ਕੋਲ ਧਨ ਕੋਈ ਨਹੀਂ, ਨਿਰਧਨ ਨੇ, ਦਿਹਾੜੀਦਾਰ ਨੇ, ਮਜ਼ਦੂਰ ਨੇ, ਮੀਂਹ ਪੈ ਗਿਆ ਦਿਹਾੜੀ ਨਹੀਂ ਲੱਗਣੀ। ਜਿਨ੍ਹਾਂ ਦਾ ਗੁਜ਼ਾਰਾ ਹੀ ਕਿ ਸਵੇਰੇ ਜਾਣਾ ਹੈ, 8-10 ਘੰਟੇ ਦੀ ਦਿਹਾੜੀ ਲਾ ਕੇ ਲਿਆਉਣੀ ਤੇ ਤਾਂ ਰਾਤ ਨੂੰ ਰੋਟੀ ਪੱਕਣੀ ਹੈ, ਉਹ ਮੀਂਹ ਤੋਂ ਕਿੱਥੇ ਖੁਸ਼ ਹੁੰਦੇ ਨੇ ਜੀ। ਕਹਿੰਦੇ ਗਾਏ ਪੁੱਤਾਂ ਨਿਰਧਨਾ, ਪੰਥੀ, ਦੂਜੇ ਪੰਥੀ ਜਿਹੜੇ ਰਾਹੀ ਨੇ। ਔਰ ਉਦੋਂ ਸਮੇਂ ਸਨ ਕਿ ਮੀਂਹ ਪੈਣਾ। ਅੱਜ ਵੀ ਭਾਵੇਂ ਸੜਕਾਂ ਇੰਨੀਆਂ ਮਜ਼ਬੂਤ ਨੇ, ਬਹੁਤ ਸਾਰੀਆਂ ਟੁੱਟ ਜਾਂਦੀਆਂ ਨੇ ਕਿ ਥੋੜ੍ਹਾ ਜਿਹਾ ਸੜਕ ਤੋਂ ਆਰ ਪਾਰ ਪਾਣੀ ਵਗੇ, ਥੋੜ੍ਹੀ ਦੇਰ 'ਚ ਸੜਕ ਹੀ ਟੁੱਟੀ ਹੁੰਦੀ ਹੈ। ਕੱਚੇ ਰਾਹ ਸਨ, ਜਦੋਂ ਮੀਂਹ ਦੇ ਨਾਲ ਪਾਣੀ ਭਰ ਜਾਣਾ, ਜਿੱਥੇ ਰਾਹੀ ਗਏ ਉੱਥੇ ਹੀ ਫਸ ਗਏ। ਤੇ ਉਹ ਰਾਹੀ ਫਿਰ ਉਸ ਵੇਲੇ ਕੋਈ ਖੁਸ਼ ਥੋੜ੍ਹੀ ਹੈ ਕਿ ਪਤਾ ਨਹੀਂ 2 ਦਿਨ 4 ਦਿਨ 8-10 ਦਿਨ ਹੀ ਰੁਕਣਾ ਪੈ ਜਾਏ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇੱਕ ਉਹ ਪੰਥੀ ਨੇ, ਰਾਹੀ ਨੇ, ਜਿਹੜਾ ਮੀਂਹ ਪੈਣ ਤੋਂ ਬਿਲਕੁਲ ਖੁਸ਼ ਨਹੀਂ। ਤੇ ਚੌਥੇ ਤਰ੍ਹਾਂ ਦੇ ਉਹ ਨੇ ਜਿਨ੍ਹਾਂ ਨੂੰ ਚਾਕਰ ਕਿਹਾ, ਨੌਕਰੀ ਕਰਨ ਵਾਲੇ। ਔਰ ਖਾਸ ਕਰਕੇ ਜਿਹੜੇ ਪਿੰਡਾਂ ਥਾਵਾਂ ਦੇ ਜ਼ਿਮੀਂਦਾਰਾਂ ਦੇ ਨੌਕਰ ਹੁੰਦੇ ਸਨ। ਮੀਂਹ ਪਿਆ, ਜ਼ਿਮੀਂਦਾਰ ਭਾਵੇਂ ਅੰਦਰ ਆਨੰਦ ਮਾਣਦਾ ਠੰਡ ਦਾ, ਪਰ ਨੌਕਰ ਨੂੰ ਤਾਂ ਕੋਈ ਲਾਭ ਨਹੀਂ ਨਾ। ਉਹਨੇ ਚਰੀ ਵੱਢ ਕੇ ਲਿਆਉਣੀ ਹੈ, ਭਾਵੇਂ ਪਾਣੀ ਵਿੱਚ ਖੜਾ ਹੋਵੇ ਤੇ ਭਾਵੇਂ ਪਾਣੀ ਸਿਰ 'ਚ ਪਵੇ। ਔਰ ਜਦੋਂ ਚਰੀ ਚੁੱਕ ਕੇ ਲਿਆਉਂਦਾ, ਔਰ ਕਈ ਵਾਰੀ ਦੇਖਦਾ ਫਿਰ ਕਲਪਿਆ ਹੁੰਦਾ ਕਿ ਇਹ ਕਿਉਂ ਪੈ ਗਿਆ, ਮੀਂਹ ਨਾ ਹੀ ਪੈਂਦਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਬਿਲਕੁਲ ਇਸੇ ਤਰ੍ਹਾਂ ਇਹ ਜਿਹੜਾ ਗੁਰੂ ਜਦੋਂ ਬੱਦਲ ਬਣ ਕੇ ਵਰਸਦਾ ਹੈ, ਜਦੋਂ ਸੱਚ ਦਾ ਮੀਂਹ ਪੈਂਦਾ ਹੈ, ਤੇ ਭਾਈ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਭਾਵੇ, ਸਾਰਿਆਂ ਨੂੰ ਚੰਗਾ ਲੱਗੇ। ਉੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਗੁਰੂ ਮੀਂਹ ਕਿਵੇਂ ਪਾਉਂਦਾ ਜੀ।
सतगुरु जी ने समझाया, कहते नानक ऊनव आया वरसै नीर निपंग। कहते हुण जदों गुरु बदल बन के आउंदा है, नीवा हो के आउंदा, मींह पाउंदा ते किवें, फिर सारे नूं चंगा लगदा। कहते नहीं, नानक दुख लागा तिन कामणी, कामणी जीव रूपी इस्त्री। वो तो दुखी हो जाते हैं कि सच साडे सामने आ क्यों गया। ये सच तो भजना चाहता, और सच एक तरह का शीशा है जी। और कई बार बेनती की शीशा बस दो ही तरह के लोग वेखते हैं, एक तो जेडे खूबसूरत होंगे ने ते ज़्यादा शीशा वो वेखते हैं, तो दूसरा जेडे सचमुच खूबसूरत बनना चाहते हैं वो शीशा वेखते हैं। और जिन्हों की शक्ल पहलों ही इन्नी भैड़ी हो किसी के सामने जाए तो आप ही डर जाए, वो शीशा वेखने नहीं चाहता। ये सच का शीशा है। जिन्हों के अंदरों सुरत इन्नी भैड़ी है, ख्याल इन्ने भैड़े ने, वो सच रूपी शीशे के सामने आना ही नहीं चाहते। फिर वो कहते हैं जे घट्टों घट्ट घर के रखना तो इनके अगे पर्दा पा के रखा करो, कोई साड़ी शक्ल तो ना विखाए, सच साढ़े सामने तो ना आए। हुण सतगुरु जी कहते हैं गुरु बदल बन के वरखदा है, पर ये सारे पाउंदा नहीं। वो तो बड़े दुखी होंगे ने जीव रूपी उस्तरी। किहड़ियां जी? कहते ऊनव आया वरसे नीर निपंग, नानक दुख लागा तिन कामणी, जिन कंतै सो मन भंग कंत पति। जिन्हां दा पति परमेश्वर नालों मोह टुटा होया, मोह भंग है, फिर उन्होंने ये मींह कित्थे चंगा लगता जी। और नाल ही किरपा करते हैं। उन आया वरसे लाए झड़ी, ये गुरु मींह पा रहा जी। इत्थे गुरु की गल है। गुरु बदल नीवा बन के आउंदा है, ज्ञान की झड़ी ला दी। कहते नानक भाणे चलै कंत के, सो माणे सदा रली। ते जेड़े कंत गुरु प्रभु पति दे परमेश्वर दे भाणे विच चलण वाले ने, चलण वालियां जीव रूपी इस्त्रियां ने, उन्होंने तो गुरु का पिया होया मींह, ये बरसात ज्ञान की बड़ी पाउंदी है, बड़ी चंगी लगती है। कहते सो माणे सदा रली, इस झड़ी नूं वो तो सदा ही मानना चाहते हैं कि ये ज्ञान की झड़ी लगी हुई रहे। हुण सतगुरु जी ने किरपा की, पहली पंक्ति दे विच समझाया है कि सावण सारसी कामणी, चरण कमल स्यों प्यार। सौण का महीना बड़ा रस भरिया उन्हां जीव रूपी इस्त्रियां वास्ते पाई, जिन्हां दा चरण कमल सो प्यार। चरणा कमलों के नाल गुरु प्रभु परमेश्वर के चरणा कमलों नाल प्यार है। और सतगुरु जी प्यार कितना होना चाहिए है, ये प्यार किस तरह करिए। जिथे धन गुरु नानक देव जी ने गुरु ग्रंथ साहिब दे विच बेनती होर थावां ते उदाहरणा दित्तियां कि प्यार करना तो इस ढंग दे नाल कर। ते सतगुरु जी प्यार करिए किन्ना को कहते बेहद कर। ये शब्द आवें वरते जाता ना, मैं तो बेहद प्यार करना, बेहद प्यार करनी अपने बच्चे नूं, धी नूं, माँ प्यो नूं, पति नूं, घर वाली नूं, बेहद। बस कहते रब नूं प्यार करना तो उनकी हद कोई नहीं, बेहद प्यार कर। हुण बेहद प्यार असल विच किवें है? देखो मंसूर जदों नमरूद की कचहरी दे विच उहनूं सज़ा सुनाई गई, और सज़ा ये सी कि इनू सूली ते टंगना है, इहदे शरीर के टुकड़े करके इनू मार देना। तो इहदा कसूर की सी कि यह मंसूर केवल एको गल कहंदा सी, अनन हक। ते अनन हक का मतलब यह सी कि मैं भी खुदा हाँ। और हकीकत है कि जिहड़ा गुरु दे नाल जुड़िया है, जिहड़ा इंसान है, जिंदे लई शब्द तां आपां वरतदे ने कि फलाना पूरा हो गया, पर हुंदा कोई नहीं। हकीकत है कि जे बंदा इस संसार विच आया जे पूरा हो जाए तो फिर वो रब ही है। जां तो पूरा है तो जां फिर अधूरा भी नहीं। क्योंकि आप पढ़ते हाँ, सिर्फ सुनने कि जोत सारे दे विच है। और उन्हें केवल पढ़िया नहीं, केवल सुनिया नहीं, मंसूर ने उन्होंने हंडाया कि रब जे मेरे विच फिर मैं रब ही हाँ।
ਉੱਥੇ ਹਉਮੈ ਵਿੱਚ ਨਹੀਂ ਸੀ ਕਹਿੰਦਾ, ਅਸਲ ਵਿੱਚ ਉਹ ਸਮਝਾਉਣਾ ਸੀ, ਉਹਦਾ ਤਰੀਕਾ ਸੀ। ਪਰ ਹਕੂਮਤ ਨੇ ਸਜ਼ਾ ਦੇ ਦਿੱਤੀ, ਸੂਲੀ ਤੇ ਟੰਗਣਾ ਹੈ। ਔਰ ਇੱਕ ਫਕੀਰ ਇਹ ਸਵਾਲ ਲੈ ਕੇ ਆਏ ਸੀ ਕਿ ਪਿਆਰ ਦੀ ਹੱਦ ਕੋਈ ਹੁੰਦੀ ਹੈ। ਅਸਲ ਵਿੱਚ ਉਹਦੇ 3 ਸਵਾਲ ਸਨ ਕਿ ਦੇਖੋ, ਦਾਨ ਦੀ ਹੱਦ ਕਿੱਥੋਂ ਤੱਕ ਹੈ, ਜੇ ਤਿਆਗ ਕਰਨਾ ਹੋਵੇ ਤਿਆਗ ਦੀ ਹੱਦ ਕਿੱਥੋਂ ਤੱਕ, ਤੇ ਪਿਆਰ ਦੀ ਹੱਦ ਕਿੱਥੋਂ ਤੱਕ ਹੈ। ਔਰ ਸਾਡੇ ਵਰਗਿਆਂ ਕੋਲ ਜਿਹੜੇ 4 ਕਿਤਾਬਾਂ ਪੜ੍ਹੇ ਨੇ, ਬੜਿਆਂ ਕੋਲੋਂ ਜਾ ਕੇ ਪੁੱਛਿਆ, ਬੜਿਆਂ ਨੇ ਕਥਾ ਕਰ ਕਰਕੇ ਵਿਖਿਆਨ ਕਰ ਕਰਕੇ ਆਪਣੇ ਢੰਗ ਨਾਲ ਸਮਝਾਇਆ, ਪਰ ਉਸ ਫਕੀਰ ਨੂੰ ਤਸੱਲੀ ਨਹੀਂ ਹੋਈ। 3 ਸਵਾਲਾਂ ਦਾ ਜਵਾਬ ਪੂਰੀ ਤਰ੍ਹਾਂ ਮਿਲਿਆ ਨਹੀਂ। ਔਰ ਕਿਸੇ ਨੇ ਦੱਸਿਆ ਸੀ, ਜੇ ਸਵਾਲਾਂ ਦਾ ਜਵਾਬ ਚਾਹੁੰਦਾ ਹੈ ਕਿ ਦੇਖ, ਮਨਸੂਰ ਨੂੰ ਕੱਲ੍ਹ ਸੂਲੀ ਚੜ੍ਹਾ ਦੇਣਾ, ਅੱਜ ਦਾ ਦਿਨ ਹੈ, ਇਹ ਸਵਾਲਾਂ ਦਾ ਜਵਾਬ ਕੇਵਲ ਉਹੀ ਦੇ ਸਕਦਾ ਹੈ। ਔਰ ਫਕੀਰ ਆਇਆ, ਔਰ ਜੇਲ੍ਹ ਦੇ ਵਿੱਚ ਬੰਦ ਹੋਏ ਪਏ ਮਨਸੂਰ ਨੂੰ ਆ ਕੇ ਮਿਲਿਆ। ਕਹਿੰਦੇ 3 ਸਵਾਲ ਨੇ, 3 ਸਵਾਲ ਪੁੱਛੇ ਜੀ ਕਿ ਦਾਨ ਦੀ ਹੱਦ ਕਿੱਥੋਂ ਤੱਕ ਹੈ, ਤਿਆਗ ਕਰਨਾ ਹੋਵੇ ਤਿਆਗ ਦੀ ਹੱਦ ਕਿੱਥੋਂ ਤੱਕ ਹੈ, ਤੇ ਪਿਆਰ ਦੀ ਹੱਦ ਕਿੱਥੋਂ ਤੱਕ ਹੈ। ਹੁਣ ਮਨਸੂਰ ਕਹਿੰਦਾ ਕਿ ਦੇਖ, ਤੈਨੂੰ ਮੈਂ ਗੱਲਾਂ ਨਾਲ ਸਮਝਾਵਾਂ ਕਿ ਜਾਂ ਪ੍ਰੈਕਟੀਕਲੀ ਕਰਕੇ ਵਿਖਾਵਾਂ। ਉਹ ਫਕੀਰ ਇੱਕਦਮ ਚੌਕਸ ਹੋ ਗਿਆ ਕਿ ਸਵਾਦ ਆ ਜਾਏ ਜੇ ਪ੍ਰੈਕਟੀਕਲੀ ਕਰਕੇ ਵਿਖਾ ਦਿਓ, ਕਿਉਂਕਿ ਕਥਾਵਾਚਕਾਂ ਕੋਲ ਤੇ ਬੜਾ ਗਿਆ, ਉਹਨਾਂ ਬੜੀ ਕਥਾ ਵਿਖਿਆਨ ਕਰਕੇ ਸਮਝਾਇਆ। ਹੁਣ ਉਹ ਕਹਿੰਦਾ ਫਿਰ ਪਹਿਲੇ ਸਵਾਲ ਦਾ ਜਵਾਬ ਤਾਂ ਦਿਆਂਗਾ, ਆ ਅੱਧੀ ਰੋਟੀ ਪਈ, ਪਹਿਲੂ ਇਹ ਖਾ। ਹੁਣ ਫਕੀਰ ਨੇ ਰੋਟੀ ਖਾ ਲਈ, ਸੁੱਕੀ ਰੋਟੀ ਸੀ, ਨਾਲ ਕੁਝ ਨਹੀਂ, ਪਰ ਖਾ ਗਿਆ। ਰੋਟੀ ਖਾਣ ਤੋਂ ਬਾਅਦ ਕਹਿੰਦਾ ਮਨਸੂਰ ਕਿ ਤੈਨੂੰ ਪਤਾ ਕਿ ਮੈਨੂੰ ਕਈ ਦਿਨ ਤੋਂ ਉੱਥੇ ਡੱਕਿਆ ਹੈ, 3 ਦਿਨ ਤੋਂ ਪਾਣੀ ਵੀ ਨਹੀਂ ਦਿੱਤਾ, ਛਕਣ ਵਾਸਤੇ ਕੋਈ ਰੋਟੀ ਕੁਝ ਵੀ ਨਹੀਂ ਦਿੱਤਾ, ਬਿਲਕੁਲ ਪਾਣੀ ਵੀ ਜਿਹੜਾ ਬੰਦ, ਹੋਰ ਤੇ ਕੀ ਦੇਣਾ ਸੀ। ਉਹ ਫਕੀਰ ਕਹਿੰਦਾ ਕਿ ਹਾਂ, ਸੁਣਿਆ ਸੀ ਕਿ ਪਾਣੀ ਰੋਟੀ ਸਭ ਕੁਝ ਬੰਦ ਕੀਤਾ ਹੋਇਆ ਹੈ। ਕਹਿੰਦੇ ਅੱਜ ਕੋਈ ਆਇਆ ਸੀ ਪਿਆਰ ਵਾਲਾ, ਕੋਈ ਸਿਪਾਹੀ ਹੋਏਗਾ, ਦਰੋਗਾ ਹੋਏਗਾ, ਕਿ ਅੱਧੇ ਰੋਟੀ ਬਚੀ ਹੋਈ ਦੇ ਗਿਆ ਕਿ ਦੇਖ, ਸਵੇਲੇ ਤੇ ਸਵੇਰੇ ਸੂਲੀ ਚੜ੍ਹਨਾ, ਘੱਟੋ ਘੱਟ ਜਿਹੜੇ 4 ਸਾਹ ਨੇ ਉਹ ਤਾਂ ਠੀਕ ਠਾਕ ਆ ਜਾਣਾ। ਤੇ ਮਨਸੂਰ ਕਹਿੰਦਾ ਫਿਰ ਮੈਂ ਇਹ ਵੀ ਅੱਧੀ ਰੋਟੀ ਖਾਧੀ ਇਸ ਕਰਕੇ ਨਹੀਂ ਕਿ ਸਵੇਰੇ ਤੇ ਸਰੀਰ ਤੇ ਖਤਮ ਹੋ ਹੀ ਜਾਣਾ ਹੈ, ਤੇ ਫਿਰ ਅੱਧੀ ਰੋਟੀ ਵੀ ਖਰਾਬ ਕਿਉਂ ਕਰਨੀ, ਕਿਸੇ ਹੋਰ ਦੇ ਕੰਮ ਆਵੇਗੀ, 4 ਸਾਹ ਉਹਦੇ ਜ਼ਿਆਦਾ ਚੱਲ ਜਾਣਗੇ। ਤੇ ਦੇਖ, ਇਹ ਜਿਹੜੀ ਦਾਨ ਕਰਨ ਦੀ ਹੱਦ ਹੈ ਕਿ ਬੰਦਾ ਭੁੱਖ ਨਾਲ ਮਰਦਾ ਹੋਵੇ, ਲੋੜਵੰਦ ਆ ਜੇ, ਇੱਕੋ ਹੀ ਗਰਾਈ ਹੱਥ ਵਿੱਚ ਹੋਵੇ ਤੇ ਮੂੰਹ ਵਿੱਚ ਪਾਉਣ ਦੀ ਬਜਾਏ ਉਹ ਦਰ ਆਏ ਨੂੰ ਉਹਦੀ ਝੋਲੀ 'ਚ ਪਾਏਗਾ ਕਿ ਭਾਈ ਤੂੰ ਖਾ। ਇਸ ਤੋਂ ਵੱਧ ਦਾਨ ਹੋਰ ਕੋਈ ਨਹੀਂ ਹੋ ਸਕਦਾ। ਤਸੱਲੀ ਹੋ ਗਈ ਕਿ ਗੱਲ ਬਿਲਕੁਲ ਠੀਕ ਹੈ। ਅੱਗੇ ਅਗਲਾ ਸਵਾਲ ਸੀ ਕਿ ਤਿਆਗ ਦੀ ਹੱਦ ਕਿੱਥੋਂ ਤੱਕ ਹੈ, ਤੇ ਮਨਸੂਰ ਕਹਿੰਦਾ ਬਸ ਸਿਰਫ 1 ਮਿੰਟ ਅੱਖਾਂ ਬੰਦ ਕਰ, ਤਿਆਗ ਦੀ ਹੱਦ ਵੀ ਦੱਸ ਦਿਆਂ। ਹੁਣ ਫਕੀਰ ਨੇ ਅੱਖਾਂ ਬੰਦ ਕੀਤੀਆਂ, ਮਨਸੂਰ ਲੰਮੇ ਪੈ ਗਿਆ, ਉਹਨੇ ਸਵਾਸ ਰੋਕ ਲਏ। ਫਕੀਰ ਨੇ ਅੱਖਾਂ ਖੋਲ੍ਹੀਆਂ, ਲੱਗਿਆ ਕਿ ਇਹ ਮਨਸੂਰ ਹੈ ਤੇ ਮਰ ਗਿਆ, ਕਿਉਂਕਿ ਇਹ ਵੀ ਜਾਣਦਾ ਸੀ 3 ਦਿਨ ਤੋਂ 4 ਦਿਨ ਤੋਂ ਕੁਝ ਨਹੀਂ ਖਾਧਾ ਪੀਤਾ। ਹੱਥ ਲਾ ਕੇ ਵੇਖੇ ਕਿ ਸਵਾਸ ਰੁਕੇ ਹੋਏ ਨੇ, ਨਬਜ਼ ਚੱਲਦੀ ਕੋਈ ਨਹੀਂ। ਉੱਠ ਕੇ ਭੱਜਣ ਲੱਗਿਆ ਕਿ ਜੇ ਕਿਸੇ ਨੇ ਵੇਖ ਲਿਆ ਤੇ ਇਹਦੇ ਥਾਂ ਤੇ ਸੂਲੀ ਕੱਲ੍ਹ ਨੂੰ ਮੈਨੂੰ ਟੰਗਣਗੇ, ਤੂੰ ਮਿਲਣ ਆਇਆ ਸੀ, ਤੂੰ ਮਾਰਿਆ ਹੈ। ਔਰ ਜਦੋਂ ਫਕੀਰ ਭੱਜਣ ਲੱਗਿਆ, ਮਨਸੂਰ ਨੇ ਫਿਰ ਆਵਾਜ਼ ਮਾਰੀ ਕਿ ਡਰਨਾ ਆ ਜਾ, ਇਹ ਤੇਰੇ ਦੂਜੇ ਸਵਾਲ ਦਾ ਜਵਾਬ ਹੈ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ, ਜਿਹੜੇ ਰੱਬ ਨਾਲ ਜੁੜੇ ਹੋਣ ਨਾ, ਸਰੀਰ ਛੱਡਣਾ ਉਹਨਾਂ ਵਾਸਤੇ ਇੰਨਾ ਹੀ ਸੌਖਾ ਜਿਵੇਂ ਫੁੱਲਾਂ ਦਾ ਹਾਰ ਚੁੱਕ ਕੇ ਕਿਤੇ ਰੱਖ ਦੇਣਾ। ਸਰੀਰ ਵੇ ਤਿਆਗ ਦੇਣਾ, ਦੇਖੋ ਲੋਕੀ ਘਰ ਤਿਆਗਦੇ ਨੇ, ਜ਼ਮੀਨ ਤਿਆਗਦੇ ਨੇ, ਬੜਾ ਕੁਝ ਤਿਆਗਦੇ ਨੇ, ਪਰ ਸਰੀਰ ਤਿਆਗ ਦੇਣਾ ਇਹ ਸਭ ਤੋਂ ਵੱਡਾ, ਇਹ ਕਹਿ ਲਈਏ ਕਿ ਤਿਆਗ ਦੀ ਹੱਦ ਹੈ। ਹੁਣ ਕਹਿੰਦਾ ਫਿਰ ਅਗਲਾ ਸਵਾਲ ਵੀ ਦੱਸ ਦਿਓ ਕਿ ਪਿਆਰ ਦੀ ਹੱਦ ਕਿਹੜੀ ਹੈ। ਤੇ ਮਨਸੂਰ ਕਹਿੰਦਾ ਜੇ ਇਹ ਪਿਆਰ ਦੀ ਹੱਦ ਪੁੱਛਣੀ ਫਿਰ ਕੱਲ੍ਹ ਨੂੰ ਕਚਹਿਰੀ ਵਿੱਚ ਆਈ, ਜਦੋਂ ਸੂਲੀ ਚੜਾਉਣਗੇ, ਕਿਉਂਕਿ ਪ੍ਰੈਕਟੀਕਲੀ ਤੇ ਕੱਲ੍ਹ ਹੀ ਹੋਏਗਾ। ਔਰ ਅਗਲੇ ਦਿਨ ਉਹ ਫਕੀਰ ਵੀ ਗਿਆ, ਮਨਸੂਰ ਨੂੰ ਸੂਲੀ 'ਤੇ ਚੜਾਇਆ, ਜਿਵੇਂ ਹੁਕਮ ਸੀ ਕਿ ਸੂਲੀ 'ਤੇ ਚੜਾਉਣਾ, ਇਹਦੇ ਸਰੀਰ ਦੇ ਫਿਰ ਟੁਕੜੇ ਕਰਨੇ ਨੇ। ਇੱਕ ਹੀ ਟੁਕੜਾ ਆ ਕੇ ਜਿਹੜਾ ਫਕੀਰ ਦੇ ਕੋਲ ਵੀ ਡਿੱਗਿਆ, ਔਰ ਉਸ ਟੁਕੜੇ ਵਿੱਚੋਂ ਵੀ ਆਵਾਜ਼ ਆਉਂਦੀ ਸੀ, ਅਨਲ ਹੱਕ।
इस फकीर ਨੂੰ जवाब मिल गया कि प्यार ਦੀ सचमुच कोई हद नहीं, कि जे टुकड़े टुकड़े भी हो जावे तो प्यार की हद कोई होंदी नहीं। हुण धन गुरु नानक देव सच्चे पातशाह ने उदाहरण दे के समझाया कि प्यार का मतलब सिर्फ सुख ही नहीं, प्यार का मतलब सिर्फ सहूलत ही नहीं। जे सुख सहूलत लैके प्यार करना फिर तो दुनिया के लोगों को करी जाते हैं, और वो साडे सामने है। वो प्यार उदों तक दा जदों तक कुछ दवो, क्योंकि उस प्यार को गुरु साहब जी कहते प्यार नहीं मनमुखा केरी दोस्ती माया का संबंध। वो प्यार तेनों नहीं तेरी माया नूं करदे ने। धन गुरु नानक साहब सच्चे पातशाह कहते हैं कि देख प्यार करना तो इवें दा कर कि रे मन ऐसे हर्षों प्रीत कर जैसे चातक में सर पर थर हरियावले एक बूंद न पवे के। फिर अगले उदाहरण देंदे ने कि देख मना जे प्यार करना तो इवें दा करी कि जिवें पानी दे नाल मच्छी करती है। और कई बार बेनती की मच्छी दे पानी दे नाल प्रीत इन्नी है कि पानी तो बाहर निकले तड़फ के मर जाती है, और प्रीत इन्नी कि मरन तो बाद भी प्रीत छड्डदी नहीं। जिन्हों भगत जी ने पावन बचन भी किया है कि मच्छी नूं फड़ के वढ़ के कट के टुकड़े बना के कई तरीकों के नाल उन्होंने रिन पका के खाण वाला खा भी जाता है, पर वो मच्छी पेट दे विच जाके पानी फिर भी मंगती है। सतगुरु जी उदाहरण देंदे ने कहंदे रे मन ऐसे हर्षों प्रीत कर जैसे मछली नीर। एक उदाहरण गुरु साहब जी होर दिंदे ने कि प्रीत करनी इवें दी कर कि जिवें कमल दी पानी दे नाल है। हुण देखो पानी दे विच कमल दा फुल खिड़िया होया, पानी गंदा है, तो जे वेखण वाला आके कहे कि तू फुल्ला एडा सोहना, ते पानी दे विच तू गंदे पानी दे विच की करना, तू बाहर निकल। तो असल में कमल का फुल जो बोलता हो तो बोल के जवाब देगा कि मेरा तो खेड़ा ही पानी करके है। ये भावें गंदा है भावें इहदे विच चिकड़ है, इनू छड्ड के जावांगा ना खेड़ा रहना तो ना खुशबू रहनी है, क्योंकि प्यार ही पानी दे नाल है। सतगुरु कहंदे ने रे मन ऐसे हर्षों प्रीत कर जैसे जल कमले लहरे नाल पिछाड़िए। भावें लहरा जिन्ने मर्जी धक्के मारन, कहते पी बख्शे असनेह, पर फुल फिर भी प्यार करता है। हुण सतगुरु जी ने धन गुरु अर्जन देव जी ने जिथे सानू उदाहरण दित्तियां कि प्यार जिहड़ा है वो केवल सुख करके नहीं, गुरु साहब ने तत्ती तवी ते बैठ के विखाया भी। और इवें दे पूरने पाए कि देखो पंजवें पातशाह लाहौर दे विच जाके शहीदी दिंदे ने। सतगुरु दे नाल भाई बिधे चंद, भाई पुराणा, भाई पैड़ा, भाई लंगा, भाई जेठा जी 5 सिख गए सन ना जी। ये 5 गुरु साहब नूं शहीदी दिंदे होए नूं वेखदे ने, ते गुरु साहब जी उत्थे समझा के गए, पूरने पा के गए, भाई सिखो जे गुरु दे नाल प्यार करना तो फिर प्यार इवें दा करियो कि भावें दुख मिल जे, भावें शरीर दे टुकड़े हो जाण, पर ये प्यार दे विच कमी ना होवे। 5वें पातशाह शहीद हुंदे ने, सिख वेखदे ने, और 9वें पातशाह के समय तक फिर गुरु साहब जी प्रीख्या लेंदे ने, सिख 3 शहीद हुंदे ने। तो गुरु साहब जी बैठ के वेखदे ने कि जिहड़े पूरने पाए सन अज सिख किन्ने को पास ने, और सिख उस इम्तिहान विचों पास होए सन कि जदों आरा चलाउण वाला जलाद कहता है कि देख तेरी जिंदगी मिल जाएगी, बस एक ही काम कहना है, एक गल ही कहनी, मैं सिख नहीं। तो गुरु का सिख उदों कहता करवत भला ना करवट तेरी। ये आरा किते भला है, तू पा चीर पा। उत्थे कर गुरु साहब ने कृपा की समझाई। धन गुरु नानक साहब जी कहते हैं कि प्यार केवल सुखा करके नहीं, जे तू सुख देवें तो सुख वेले तो हर को कह सकता भाई सुख मिले शुकराना करया कर। सुख वेले हर को शुकराना कर भी दिंदा है, गुण गा भी दिंदा है,
ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਦੁੱਖ ਆ ਜਾਣ ਸੁੱਖ ਦੀ ਥਾਂ ਤੇ ਫਿਰ ਪਿਆਰ ਕਿਤੇ ਘਟ ਜਾਏਗਾ। ਉੱਥੇ ਸਤਿਗੁਰੂ ਜੀ ਦੇ 2 ਸ਼ਲੋਕ ਨੇ ਮਾਝ ਰਾਗ ਦੇ ਵਿੱਚ। ਇੱਕ 'ਚ ਕਹਿੰਦੇ ਨੇ ਨਦੀਆਂ ਹੋਵੈ ਧੇੜਵਾ ਸੁਮ ਹੋਵੈ ਦੁੱਧ ਘੀਓ ਇੰਨੇ ਸੁੱਖ ਹੋਣ ਕਿ ਇਹ ਜਿਹੜੀਆਂ ਨਦੀਆਂ ਪਾਣੀ ਦੀਆਂ ਵਗਦੀਆਂ ਨੇ ਕਿਤੇ ਦੁੱਧ ਦੀਆਂ ਭਰ ਕੇ ਵਗਣ ਲੱਗ ਜਾਣ। ਇਹ ਜਿਹੜੇ ਪਹਾੜਾਂ ਵਿੱਚੋਂ ਸੋਮੇ ਨਿਕਲਦੇ ਨੇ ਪਾਣੀ ਦੀ ਥਾਂ ਤੇ ਕਿਤੇ ਇਹਨਾਂ ਦੇ ਵਿੱਚ ਦੇਸੀ ਘਿਓ ਚੱਲਣ ਲੱਗ ਜੇ। ਇੰਨਾ ਸੁੱਖ ਹੋਵੇ ਕਿ ਸਗਲੇ ਧਰਤੇ ਸ਼ੱਕਰ ਹੋਵੇ ਖੁਸ਼ੀ ਕਰੈ ਨਿਤ ਜੀਓ। ਸਾਰੇ ਪਾਸੇ ਬਸ ਮਿੱਠਾ ਹੀ ਮਿੱਠਾ ਹੋਵੇ, ਖੁਸ਼ੀਆਂ ਖੁਸ਼ੀਆਂ ਹੋਣ। ਕਿ ਪਰਬਤ ਸੋਨਾ ਹੀਰਾ ਹੋਵੇ, ਕਹਿੰਦੇ ਪਰਬਤ ਸੋਨਾ ਰੂਪਾ ਹੋਵੇ ਉੱਪਰ ਲਾਲ ਜੜਾਓ। ਪਹਾੜ ਦੇ ਜਿਹੜੇ ਸੋਨੇ ਦੇ ਹੋ ਜਾਣ, ਚਾਂਦੀ ਦੇ ਹੋ ਜਾਣ, ਉੱਤੇ ਕੀਮਤੀ ਲਾਲ ਜੜੇ ਹੋਣ, ਇੰਨੀਆਂ ਖੁਸ਼ੀਆਂ ਹੋਣ। ਤੇ ਕਹਿੰਦੇ ਫਿਰ ਵੀ ਤੇਰੇ ਗੁਣਾਂ ਨੂੰ ਗਾਵਾਂ। ਪਰ ਨਾਲ ਹੀ ਕਿਰਪਾ ਕਰਦੇ ਨੇ ਜੇ ਸੁੱਖ ਮਿਲਣ ਫਿਰ ਤੇ ਤੈਨੂੰ ਚੇਤੇ ਕਰਨਾ ਹੀ ਹੈ, ਕਿਉਂਕਿ ਪਿਆਰ ਹੈ। ਜੇ ਤੂੰ ਦੁੱਖ ਵੀ ਇੰਨੇ ਕੁ ਦੇ ਦੇ ਨਾ, ਜਿੱਡਾ ਵੱਡਾ ਸੁੱਖ ਦਿੱਤਾ ਏਡੇ ਵੱਡੇ ਦੁੱਖ ਦੇਵੇਂ ਕਿ ਸਾਰੇ ਪਾਸੇ ਦੁੱਖ ਹੀ ਦੁੱਖ ਹੋਣ, ਸਾਰੀ ਦੁਨੀਆ ਦੁਸ਼ਮਣ ਬਣ ਜੇ, ਸਰੀਰ ਤੇ 100 ਤਰ੍ਹਾਂ ਦੀਆਂ ਬਿਮਾਰੀਆਂ ਆ ਜਾਣ, ਡਾਕਟਰ ਕਹਿਣ ਇਲਾਜ ਕੋਈ ਨਹੀਂ, ਇੱਕੋ ਹੀ ਇਲਾਜ ਹੈ ਮੌਤ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਜੇ ਇੰਨੇ ਦੁੱਖ ਵੀ ਦੇ ਦੇਵੇਂ ਤੇ ਪਿਆਰ ਕਰਨ ਵਾਲਾ ਫਿਰ ਵੀ ਤੇਰੇ ਨਾਲ ਪਿਆਰ ਘੱਟ ਥੋੜ੍ਹੀ ਕਰੇਗਾ। ਕਿਉਂਕਿ ਪਿਆਰ ਦਾ ਮਤਲਬ ਵੀ ਇਹ ਗੁਰੂ ਸਾਹਿਬ ਨੇ ਉੱਥੇ ਸਮਝਾਇਆ। ਕਹਿੰਦੇ ਜੇ ਦੇਹ ਦੁੱਖ ਲਾਈਐ, ਔਰ ਸਾਡਾ ਪਿਆਰ ਖਿਮਾ ਕਰਨਾ ਇਵੇਂ ਦਾ ਜੇ ਬੁਖਾਰ ਆ ਜਾਵੇ, ਘਰ ਪਰਿਵਾਰ ਵਾਲਾ ਕੋਈ ਬਿਮਾਰ ਹੋ ਜਾਵੇ, ਉਸੇ ਵੇਲੇ ਗੁਰੂ ਦੇ ਨਾਲ ਆ ਕੇ ਲੜਦੇ ਹਾਂ ਕਿ ਸਤਿਗੁਰੂ ਜੀ ਅਸੀਂ ਤੇਰੇ ਨਾਲ ਨਿਤਨੇਮ ਕਰਨ ਵਾਲੇ, ਇੰਨਾ ਪਾਠ ਕਰਨ ਵਾਲੇ, ਸਾਡੇ ਤੇ ਦੁੱਖ ਕਿਉਂ ਆ ਗਿਆ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਰੱਬਾ ਤੂੰ ਦੇ ਦੁੱਖ ਜਿੰਨਾ ਦੇਣਾ ਹੈ। ਕਿ ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਦੋਇ ਰਾਹੋ, ਰਤ ਪੀਣੈ ਰਾਜੇ ਸਿਰੇ ਉੱਪਰ ਰੱਖੀਐ। ਜਿਹੜੇ ਰਾਜੇ ਨੇ ਉਹ ਲਹੂ ਪੀਣ ਤੇ ਤੁੱਲੇ ਹੋਣ, ਪੂਰਾ ਕੇ ਬੰਦੇ ਨੂੰ ਮਾਰ ਹੀ ਦੇਣਾ ਹੈ। ਸਤਿਗੁਰੂ ਕਹਿੰਦੇ ਨੇ ਮਾਰ ਦੇਣ ਕੋਈ ਗੱਲ ਨਹੀਂ, ਬਿਮਾਰੀਆਂ ਆ ਜਾਣ ਕੋਈ ਗੱਲ ਨਹੀਂ, ਪਰ ਨਾਲ ਹੀ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ। ਐਵੇਂ ਜਾਪੈ ਭਾਉ ਪੀ ਤੂੰ ਹੈ ਸਾ ਲਾਹਣਾ, ਆਖਣ ਲਹੇ ਨਾ ਜਾਓ। ਅੰਦਰ ਦਾ ਚਾਹ ਫਿਰ ਵੀ ਨਹੀਂ ਖਤਮ ਹੋਣਾ, ਜਪਣਾ ਤੈਨੂੰ ਹੈ ਕਿਉਂਕਿ ਪਿਆਰ ਹੈ। ਔਰ ਸਤਿਗੁਰੂ ਕਹਿੰਦੇ ਨੇ ਮਨਾ ਜੇ ਪਿਆਰ ਕਰਨਾ ਫਿਰ ਇਵੇਂ ਦਾ ਕਰ। ਸਤਿਗੁਰੂ ਦੇ ਪਾਵਨ ਬਚਨ ਨੇ ਰੇ ਮਨ ਐਸੇ ਹਰਸਿਓ ਪ੍ਰੀਤ ਕਰ, ਜੈਸੇ ਮਛਲੀ ਨੀਰ ਜੋ ਅਧਿਕਾਓ ਤਿਉ ਸੁਖ ਕਣਾ, ਮਨ ਤਨ ਸ਼ਾਂਤ ਸਰੀਰ। ਕਹਿੰਦੇ ਬਿਨ ਜਲ ਘੜੀ ਨਾ ਜੀਵੇ, ਪ੍ਰਭ ਜਾਣੇ ਅਬ ਪੀਰ। ਅਗਲੀ ਉਦਾਹਰਨ ਫਿਰ ਦਿੰਦੇ ਨੇ, ਕਹਿੰਦੇ ਰੇ ਮਨ ਐਸੇ ਹਰਸਿਓ ਪ੍ਰੀਤ ਕਰ, ਜੈਸੇ ਦੁੱਧ ਜਲ ਦੁੱਧ ਹੋਏ। ਕਹਿੰਦੇ ਮਨਾ ਜੇ ਪ੍ਰੀਤ ਕਰਨੀ ਫਿਰ ਇਵੇਂ ਦੀ ਕਰੀ ਜਿਵੇਂ ਪਾਣੀ ਦੀ ਦੁੱਧ ਦੀ ਹੈ। ਉਰੇ ਆਪ ਸਭ ਨੂੰ ਪਤਾ ਹੈ ਦੁੱਧ ਵਿੱਚ ਭਾਵੇਂ ਅੱਜ ਤਾਂ ਹੋਰ ਵੀ ਬੜਾ ਕੁਝ ਪਾਇਆ ਜਾਂਦਾ ਹੈ। ਦੁੱਧ ਦੇ ਵਿੱਚ ਪਾਣੀ ਮਿਲ ਜੇ ਤੇ ਦੁੱਧ ਦਾ ਪਾਣੀ ਨਾਲ ਤੇ ਪਾਣੀ ਦਾ ਦੁੱਧ ਨਾਲ ਇੰਨਾ ਪਿਆਰ ਹੈ ਕਿ ਜਿਹੜੇ ਪਾਣੀ ਦੀ ਅੱਜ ਦੇ ਪਾਣੀ ਦੀ ਕੀਮਤ ਕਹਿ ਲਈਏ ਕਿ ਦੁੱਧ ਨਾਲੋਂ ਵੱਧ ਹੈ, ਪਰ ਫਿਰ ਵੀ ਪਾਣੀ ਦੀ ਉਨੀ ਕੀਮਤ ਨਹੀਂ ਜਿੰਨੀ ਦੁੱਧ ਦੀ ਹੈ। ਦੁੱਧ ਦਾ ਪਿਆਰ ਇੰਨਾ ਕਿ ਪਾਣੀ ਜੇ ਦੁੱਧ ਵਿੱਚ ਮਿਲ ਗਿਆ ਆਪਣੀ ਕੀਮਤ ਦਿੱਤੀ, ਆਪਣਾ ਹੀ ਰੂਪ ਦੇ ਦਿੱਤਾ। ਔਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉੱਥੇ ਸਮਝਾਉਂਦੇ ਨੇ ਉਸੇ ਦੁੱਧ ਨੂੰ ਜਦੋਂ ਗਰਮ ਕੀਤਾ ਜਾਂਦਾ ਹੈ ਤੇ ਭਾਪ ਨਿਕਲਦੀ ਹੈ ਨਾ ਜੀ। ਅਸਲ ਵਿੱਚ ਉਹ ਜਿਹੜੀ ਭਾਪ ਹੈ ਉਹ ਪਹਿਲੋਂ ਜਿਹੜਾ ਵਿੱਚ ਪਾਣੀ ਪਾਇਆ ਉਹ ਉੱਡਦਾ ਹੈ, ਔਰ ਉਸ ਪਾਣੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਪਾਣੀ ਕਿ ਦੇਖ ਤੇਰੀ ਪ੍ਰੀਤ ਇੰਨੀ ਕੁ ਸੀ, ਤੂੰ ਬੇਵਫਾ ਹੋ ਗਿਆ ਕਿ ਸੇਕ ਮਾੜਾ ਜਿਹਾ ਲੱਗਿਆ ਤੂੰ ਵਿੱਚੋਂ ਨਿਕਲ ਕੇ ਉੱਡਣ ਲੱਗ ਪਿਆ ਹੈ। ਤੇ ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਜੇ ਪਾਣੀ ਬੋਲਦਾ ਹੋਵੇ ਨਾ, ਬੋਲ ਕੇ ਕਹਿੰਦਾ ਕਿ ਅਸਲ ਵਿੱਚ ਇਹ ਮੇਰੀ ਵਫਾ ਹੈ, ਬੇਵਫਾਈ ਨਹੀਂ, ਇਹ ਮੇਰਾ ਪਿਆਰ ਹੈ। ਕਿ ਜੇ ਦੁੱਧ ਨੇ ਆਪਣਾ ਰੂਪ ਦਿੱਤਾ, ਆਪਣੀ ਕੀਮਤ ਦਿੱਤੀ, ਅੱਜ ਮੁਸੀਬਤ ਆਈ ਗਰਮ ਕਰਨ ਲੱਗਿਆ ਹੈ
ਦੁੱਧ ਨੂੰ ਸੇਕ ਲੱਗੇ ਇਸ ਤੋਂ ਪਹਿਲਾਂ ਮੈਂ ਆਪਣਾ ਆਪ ਸਾੜ ਦਿਆਂਗਾ, ਮੇਰਾ ਪਿਆਰ ਹੈ। ਔਰ ਫਿਰ ਗੁਰੂ ਸਾਹਿਬ ਜੀ ਉੱਥੇ ਉਦਾਹਰਣ ਦਿੰਦੇ ਨੇ ਦੁੱਧ ਦਾ ਪਿਆਰ ਵੀ ਉਸੇ ਤਰ੍ਹਾਂ ਦਾ ਕਿ ਜੇ ਤੇਰਾ ਪਿਆਰ ਇੰਨਾ ਹੈ ਤੇ ਦੇਖ ਫਿਰ ਮੈਂ ਐਸਾ ਉਬਾਲਾ ਮਾਰਾਂਗਾ ਕਿ ਬਲਦੀ ਹੋਈ ਅੱਗ ਨੂੰ ਬੁਝਾ ਕੇ ਰੱਖ ਦਿਆਂਗੇ। ਦੁੱਧ ਉਬਲਦਾ ਹੈ ਨਾ ਜੀ। ਅਸਲ ਵਿੱਚ ਗੁਰੂ ਸਾਹਿਬ ਜੀ ਉਦਾਹਰਣ ਦਿੰਦੇ ਨੇ ਪਿਆਰ ਕਰਨਾ ਹੈ ਤੇ ਪਈ ਐਵੇਂ ਦਾ ਕਰ। ਕਿਰੇ ਮਨ ਐਸੇ ਹਰਸੋਂ ਪ੍ਰੀਤ ਕਰ, ਜੈਸੇ ਜਲ ਦੁੱਧ ਹੋਏ ਅਵਟਣ ਆਪੇ ਖਪੈ, ਦੁੱਧ ਕੋ ਖਪਨ ਨਾ ਦੇ। ਹੁਣ ਜੇ ਪ੍ਰੇਮ ਕਰਨਾ ਤੇ ਇਵੇਂ ਦਾ ਕਰ। ਜਿੱਥੇ ਸਤਿਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ, ਅੱਗੇ ਪਾਵਨ ਬਚਨ ਕੀਤੇ ਕਿ ਜਿਨ੍ਹਾਂ ਦਾ ਪ੍ਰੇਮ ਸੱਚਮੁੱਚ ਇਵੇਂ ਦਾ ਹੈ, ਫਿਰ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਆਪਣੇ ਗੁਰੂ ਦੇ ਨਾਮ ਨੂੰ ਬਣਾਇਆ। ਸਾਵਣ ਸਰਸੇ ਕਾਮਣੇ ਚਰਨ ਕਮਲ ਸੋ ਪਿਆਰ, ਤੇ ਜਿਨ੍ਹਾਂ ਦਾ ਪਿਆਰ ਪੈਂਦਾ ਫਿਰ ਕਹਿੰਦੇ ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਫਿਰ ਉਹਨਾਂ ਦਾ ਇਕੱਲਾ ਮਨ ਵੀ ਨਹੀਂ, ਤਨ ਵੀ। ਮਨ ਤੇ ਤਨ ਪ੍ਰੇਮ ਦੇ ਵਿੱਚ ਰੱਤਾ ਜਾਂਦਾ। ਦੇਖੋ ਰੱਤ ਪ੍ਰੇਮ ਦੇ ਵਿੱਚ ਰੱਤਿਆ ਜਾਂਦਾ। ਰੱਤ ਵੈਸੇ ਲਹੂ ਨੂੰ ਵੀ ਕਹਿੰਦੇ ਨੇ। ਰੱਤਾ ਰੰਗ ਜਿਹੜਾ ਉਹ ਪ੍ਰੇਮ ਦਾ ਰੰਗ ਵੀ ਹੈ। ਔਰ ਮਨ ਵੀ ਤੇ ਤਨ ਵੀ ਇਹ ਕਿਵੇਂ ਰੰਗਿਆ ਜਾਂਦਾ ਜੀ? ਇਹ ਜਿੱਥੇ ਸਤਿਗੁਰੂ ਜੀ ਸਾਨੂੰ ਅੱਜ ਬਾਣੀ ਦੇ ਵਿੱਚ ਸਮਝਾਉਂਦੇ ਨੇ, ਭਾਈ ਤਾਰੂ ਸਿੰਘ ਜੀ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਨੇ ਇਹ ਮਨ ਤੇ ਤਨ ਨੂੰ ਕਿਵੇਂ ਰੰਗਿਆ ਜਾਂਦਾ ਹੈ, ਆਪਣੇ ਤਨ ਦੇ ਉੱਤੇ ਹੰਢਾ ਕੇ ਇਹ ਕਹਿ ਲਈਏ ਕਿ ਇਸ ਸ਼ਬਦ ਦੀ, ਇਸ ਪੰਕਤੀ ਦੀ ਵਿਆਖਿਆ ਕੀਤੀ ਹੈ। ਭਾਈ ਤਾਰੂ ਸਿੰਘ ਜੀ, ਦੇਖੋ ਉਹਨਾਂ ਦਾ ਕਸੂਰ ਕੀ ਸੀ ਕਿ ਸਿਰਫ ਉਹ ਇੱਕ ਨਾ ਕੋਈ ਵੱਡੇ ਸ਼ਾਹੂਕਾਰ ਸਨ, ਨਾ ਕੋਈ ਵਪਾਰੀ ਸਨ, ਕਿ ਛੋਟੇ ਜਿਹੇ ਜ਼ਿਮੀਂਦਾਰ ਸਨ। ਤੇ ਕਸੂਰ ਸਿਰਫ ਇੰਨਾ ਸੀ ਕਿ ਜਿੰਨੇ ਕੁ ਜ਼ਮੀਨ ਸੀ ਉਹ ਵਾਹ ਕੇ ਉਹਦੇ ਵਿੱਚੋਂ ਜੋ ਕੁਝ ਅਨਾਜ ਪੈਦਾ ਹੁੰਦਾ ਸੀ ਉਹ ਗੁਰੂ ਕੇ ਸਿੰਘਾਂ ਨੂੰ ਲੰਗਰ ਛਕਾ ਕੇ ਹੁੰਦਾ ਸੀ। ਔਰ ਭਾਈ ਰਤਨ ਸਿੰਘ ਭੰਗੂ ਨੇ ਇਹ ਜ਼ਿਕਰ ਕੀਤਾ ਹੈ ਕਿ ਦੇਖੋ ਜਦੋਂ ਅਰਦਾਸ ਦੇ ਵਿੱਚ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਨਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ। ਜਦੋਂ ਖੋਪਰੀਆਂ ਤੇ ਇਹ ਆਵਾਜ਼ ਆਉਂਦੀ ਔਰ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਬਿਲਕੁਲ ਉਸ ਵੇਲੇ ਧਿਆਨ ਜਾਂਦਾ ਭਾਈ ਤਾਰੂ ਸਿੰਘ ਵੱਲੇ। ਪਰ ਜਦੋਂ ਇਹ ਸ਼ਬਦ ਨੂੰ ਧਿਆਨ ਨਾਲ ਪੜ੍ਹੀ ਉੱਥੇ ਖੋਪਰੀ ਸ਼ਬਦ ਨਹੀਂ ਵਰਤਿਆ, ਖੋਪਰੀਆਂ। ਇਹਦਾ ਮਤਲਬ ਕਿ ਭਾਈ ਤਾਰੂ ਸਿੰਘ ਵਰਗੇ ਹੋਰ ਵੀ ਬਹੁਤ ਸਾਰੇ ਗੁਰੂ ਕੇ ਸਿੰਘ ਸਨ ਜਿਨ੍ਹਾਂ ਦੀਆਂ ਖੋਪਰੀਆਂ ਲੱਥੀਆਂ, ਪਰ ਜ਼ਿਕਰ ਭਾਈ ਤਾਰੂ ਸਿੰਘ ਦਾ ਆਇਆ ਇਤਿਹਾਸ ਵਿੱਚ ਨਾ ਆ ਗਿਆ। ਔਰ ਉੱਥੇ ਸ਼ਬਦ ਵਰਤਿਆ ਗਿਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਔਰ ਸ਼ਬਦ ਵਰਤਿਆ ਗਿਆ ਕਿਸ ਸਿੱਖੀ ਕਿਸਾ ਸੁਆਸਾ ਨਾਲ ਨਿਭਾਹੀ। ਤਿੰਨਾਂ ਦੇ ਕਮਾਈ ਦਾ ਧਿਆਨ ਕਰਕੇ ਸ਼ਬਦ ਬੋਲਿਆ ਜਾਂਦਾ ਨਾ, ਉਹ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਅੱਜ ਦੇ ਦਿਨ ਖੋਪੜੀ ਨਹੀਂ ਲਵਾਈ, 22 ਦਿਨ ਪਹਿਲੋਂ ਲਵਾਈ, ਤੇ ਅੱਜ ਦੇ ਦਿਨ ਉਹਨਾਂ ਦੇ ਸ਼ਹੀਦੀ ਦਿਹਾੜਾ ਹੈ। ਇਹ ਦੇਖੋ ਜਦੋਂ ਵੀ ਸਾਉਣ ਦੀ ਸੰਗਰਾਂਦ ਆਉਣੀ ਹੈ, ਇਹ ਮਨ ਤਨ ਰੱਤਾ ਸੱਚ ਰੰਗ ਵਾਲਾ ਇਹ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸੰਗਰਾਂਦ ਵਾਲੇ ਦਿਨ ਆਉਣਾ ਹੀ ਹੈ। ਉਹਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਤੇ ਭਾਈ ਤਾਰੂ ਸਿੰਘ ਦਾ ਖਾਸ ਕਰਕੇ ਧਿਆਨ ਕਰਕੇ ਕਰੀ ਜਿੰਨੇ ਵੀ ਬੈਠੇ ਸਾਰੇ ਬੋਲੋ ਜੀ। ਭਾਈ ਤਾਰੂ ਸਿੰਘ ਜੀ ਪਿੰਡ ਪੁੱਲਾ ਅੰਮ੍ਰਿਤਸਰ ਦੇ ਵਿੱਚ ਹੈ, ਜ਼ਿਲ੍ਹਾ ਅੰਮ੍ਰਿਤਸਰ ਹੈ। ਪਿਤਾ ਭਾਈ ਜੋਧ ਜੀ, ਮਾਤਾ ਭਾਈ ਬੀਬੀ ਧਰਮ ਕੌਰ ਜੀ। ਇੱਕ ਇਹਨਾਂ ਦੀ ਭੈਣ ਸੀ ਬੀਬੀ ਤਾਰੂ, ਕਿਉਂਕਿ ਪਹਿਲੋਂ ਨਾਂ ਰੱਖੇ ਜਾਂਦੇ ਸਨ ਜਿਵੇਂ ਦਾ ਭਰਾ ਉਵੇਂ ਦਾ ਭੈਣ ਦਾ। ਭੈਣ ਦਾ ਨਾਂ ਨਾਨਕੀ ਤੇ ਭਰਾ ਦਾ ਨਾਂ ਨਾਨਕ ਦੇਵ ਜੀ ਰੱਖ ਦਿੱਤਾ। ਭਾਈ ਤਾਰੂ ਜੀ ਵੱਡੇ ਨੇ, ਭਾਈ ਤਾਰੂ ਸਿੰਘ ਨੇ, ਭੈਣ ਦਾ ਨਾਂ ਭਾਈ ਤਾਰੂ ਹੈ। ਔਰ ਇਸੇ ਤਰ੍ਹਾਂ ਦੀ ਕਿਰਤ ਕਰਦੇ ਨੇ, ਛੋਟੇ ਜਿਹੇ ਜ਼ਿਮੀਂਦਾਰ ਨੇ। ਪਰ ਜਵਾਨੀ ਦੇ ਵਿੱਚ 25 ਸਾਲ ਦੀ ਉਮਰ ਸੀ
कि जदों हर भगत निरंजनिया ये जकरिया खान की कचहरी में आना जाना कह ली कि चमचागिरी करता सी। और वैसे धन गुरु अमरदास महाराज जी के घरों ये परिवार वरसाया होया सी, पर अकिरत कण जिहड़ा हो जाए। जकरिया खान अपनी वडियाई करदा कचहरी दे विच कि देखो ਸਿੰਘਾਂ ਦਾ मैं नामो नाम निशान मिटा दिता, उन्होंने घर तबाह कर दिते, कारोबार कोई नहीं रहन दिता। तो जे जंगलों के विच लुक के रहणगे तो किन्ने कुछ दिन कट लैणगे, फल मुक जाने ने, पत्ते मुक जाने ने, इन्हां भी खत्म हो जाना है। उदों ये भगत निरंजनिया कहंदा सी कि जकरिया खान ये तो तू सिर्फ उन्हां ते गल करना जिहड़े जंगलों के विच ने, पर जिहड़े पिंडां दे विच ने उन्हां ਸਿੰਘਾਂ नूं प्यार करने वाले ने उन्होंने किते मरण थोड़ी देना है। क्योंकि शिकायत करने वाला शिकायत भी कर जाता तो लगता भी कि मैं शिकायत थोड़ी की, कि जिहड़े उन्होंने प्रेम करने वाले ने वो किते मरण थोड़ी देंदे ने। जकरिया खान दे कन्न खड़े हो गए, कौन? उत्थे उन्हें शिकायत की, पिंड पूला है, नाम तारू सिंह है, जिहड़ा प्यो है वो बचपन दे विच पूरा हो गया सी, विधवा माँ है, एक भैन है, ते कल्ला तारू सिंह नहीं, माँ भी ते भैन भी। ये जो कुछ खांदे ने, जो कुछ इन्हां वटदे ने, आप नहीं खांदे, आप भुखे रहिंदे ने। जो कुछ कपड़ा किते मिलता है, नवां मिलता है, नसीब हुंदा, आप नहीं पाउंदे। आप तो सियाल दे विच अग दा मुढ़ा बाल के उनके नेड़े रह के गुजारा कर लेंदे ने। वो जो कुछ अनाज पैदा होंदा वो पका पका के जंगलों में ਸਿੰਘਾਂ नूं दे आउंदे ने। कपड़ा मिलता, आप नंगे रहिंदे ने, कपड़े ਸਿੰਘਾਂ नूं सुवा सुवा के दिंदे ने। तो वो खत्म होंदे होणगे। उत्थे रतन सिंह भंगू ने बोल भी लिखे ने, इतिहासक बोल ने, कहते आप सहे नंग यार भुख, देख ना सकै ਸਿੰਘਣ दुख। वो जिहड़े प्रेम करने वाले ने आप दुख ते नंग सहारदे ने। और भाई तारू सिंह जी जदों सारा कुछ होया, खंडे बाटे की पौल लई सी, सारे परिवार ने लई सी, ते भाई तारू सिंह ने कहा सी माँ कि देखो जीवन किहड़ा बार बार मिलना है। और कल्ले भाई तारू सिंह नहीं, माँ दी असीसां भी सन। आप तो सिर्फ पढ़ते हैं ना, पुता माता की असीस, पर वो माँ धर्म कौर सचमुच असीस देंदी सी कि पुत्र निमख ना बिसरो तुमको, हर हर सदा भजो जगदीश। अज पुत्र कहता माँ सिमरन करने वास्ते तू हर वेले कहनी है, पाठ करने वाले हर वेले कहनी है, पर अज एक बेनती मेरी है कि भड़ोले दे विच जिन्ने को दाने पे ने इन्हां नूं बाहर कढ, चक्के रख, इन्हों पे छोटा जहा तवा रख, एक देगा रख, दाल रख दिया कर, कि जो कुछ घट्टो घट घर में है इन्ना कुछ तैयार करके छकाइए ਸਿੰਘਾਂ नूं। और माँ ने भी धन भाग समझे सन। एक छोटा जहा तवा रखिया, देग रखी, बाद तो वड्डी तवी बन गई। इतों तक कि पिंड वाले भी आउण लग गए सन। तो पिंड दे विच सारे ही सन, केवल ये नहीं कि हिंदू या सिख, मुसलमान भी आउंदे सन कि सेवा करनी है। हुण ये भगत निरंजन ने जाके शिकायत की कि आप भुखे रहिंदे ने, आप गुजारे अग्नि नाल सिंह घाले पोशाक सवाल, कि आप अग दे नाल गुजारा करते हैं, ਸਿੰਘਾਂ नूं पोशाके सवा सवा के भेजते हैं। हुण जकरिया खान नूं शिकायत पई, लाहौर तो वारंट जारी हो गए, सिपाही आए, और सिपाही जिवें दा उन्हां दा बोल बाणी उदों भी सी ते अज भी बहुत सारे ने, भावें सारे नहीं पर बहुत सारे ने, कि उखड़े कुवाड़ी तरह आके पे कि माई तारू कित्थे है। उन्होंने सिंह थोड़ी कहना सी। और माँ इन्ने प्यार दे नाल बोली कि पुत्र पहलों दसो कि जल छकोगे कि प्रसादा छकना, प्रसादे का टाइम है। कि तारू सिंह कोई उन्हें जुर्म नहीं किया, वो कोई चोर डाकू नहीं, वो बाहर खेतों च गया, उन्हें आ जाना, तुसीं उन्ना चिर प्रसादा छको। और सिपाहियों के कन्न दे विच जदों ये आवाज़ गई कि पुत्र जल छकोगे, प्रसादा छकोगे,
ਤੇ ਜਿਹੜੇ ਉੱਚੀ ਆਵਾਜ਼ ਵਿੱਚ ਸਨ ਉਹਨਾਂ ਦੀ ਆਵਾਜ਼ ਮੱਠੀ ਪੈ ਗਈ ਕਿ ਜਿਵੇਂ ਮਾਂ ਹੀ ਆਵਾਜ਼ ਮਾਰ ਕੇ ਕਹਿੰਦੀ ਹੈ। ਪਰ ਉਹ ਇਹ ਕਹਿੰਦੇ ਨੇ ਕਿ ਦੇਖ ਮਾਂ ਇਕੱਲੇ ਤਾਰੂ ਸਿੰਘ ਨੂੰ ਨਹੀਂ, ਸਾਨੂੰ ਹੁਕਮ ਹੋਇਆ ਕਿ ਤੁਹਾਡੀ ਧੀ ਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲੈ ਜਾਣਾ। ਸਾਡੇ ਕੋਲ ਵਾਰੰਟ ਨੇ। ਭਾਈ ਤਾਰੂ ਸਿੰਘ ਆ ਗਏ, ਪਿੰਡ ਵਾਲਿਆਂ ਨੂੰ ਪਤਾ ਲੱਗਾ, ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ, ਉਹਨਾਂ ਵਿੱਚ ਬਹੁਤ ਸਾਰੇ ਮੁਸਲਮਾਨ ਸਨ। ਪਿੰਡ ਵਾਲੇ ਇਕੱਠੇ ਹੋ ਕੇ ਇਹਨਾਂ ਜਿਹੜੇ 10-12 ਸਿਪਾਹੀ ਹੈ ਇਹਨਾਂ ਦੇ ਸਾਹਮਣੇ ਖਲੋ ਗਏ ਕਿ ਖਬਰਦਾਰ, ਇਹ ਜਿਹੜੀ ਮਾਤਾ ਹੈ, ਇਹ ਜਿਹੜੀ ਭੈਣ ਹੈ, ਇਹ ਇਕੱਲੀ ਭਾਈ ਤਾਰੂ ਸਿੰਘ ਦੀ ਮਾਂ ਭੈਣ ਨਹੀਂ, ਸਾਰੇ ਪੂਲੇ ਪਿੰਡ ਦੀ ਮਾਂ ਹੈ, ਸਾਰੇ ਪੂਲੇ ਪਿੰਡ ਦੀ ਭੈਣ ਹੈ। ਇਹ ਹਿੰਦੂਆਂ ਦੀ ਵੀ ਭੈਣ, ਮੁਸਲਮਾਨਾਂ ਦੀ ਵੀ ਭੈਣ। ਤੇ ਖਬਰਦਾਰ ਕਿਸੇ ਨੇ ਹੱਥ ਲਾਇਆ। ਔਰ ਇਤਿਹਾਸਕਾਰ ਉੱਥੇ ਕਹਿੰਦੇ ਨੇ ਕਿ ਉਹਨਾਂ ਨੇ ਕੁਝ ਰੁਪਈਏ ਪੈਸੇ ਵੀ ਇਕੱਠੇ ਕਰਕੇ ਦਿੱਤੇ ਕਿ ਭੈਣ ਨੂੰ ਨਹੀਂ ਲੈ ਕੇ ਜਾਣਾ, ਜੇ ਤੁਸੀਂ ਲਿਜਾਣਾ ਤੇ ਤਾਰੂ ਸਿੰਘ ਨੂੰ ਲੈ ਜਾਓ। ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇੱਥੇ ਪਿੰਡ ਪੂਲੇ ਦੇ ਵਿੱਚ ਹੀ ਬਹੁਤ ਸਾਰੇ ਸਿੰਘ ਵੀ ਪਤਾ ਲੱਗਿਆ ਇਕੱਠੇ ਹੋ ਗਏ। ਔਰ ਸਿੰਘਾਂ ਨੇ ਆ ਕੇ ਕਿਹਾ ਸੀ ਕਿ ਭਾਈ ਤਾਰੂ ਸਿੰਘ ਇਹ ਕਿੰਨੇ ਕੁ ਨੇ? 10-12 ਜਣੇ ਤੇ ਸਾਰੇ ਨੇ, ਕਿ ਮਾੜਾ ਜਿਹਾ ਇਸ਼ਾਰਾ ਕਰੋ, ਇਹਨਾਂ ਨੂੰ ਝਟਕਾ ਦਈਏ। ਇਹ ਪਤਾ ਸੀ ਜੇ ਗ੍ਰਿਫਤਾਰ ਕਰਕੇ ਲੈ ਗਏ ਉੱਥੋਂ ਵਾਪਸ ਆਉਣਾ ਨਹੀਂ। ਪਰ ਭਾਈ ਤਾਰੂ ਸਿੰਘ ਸਿੰਘਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਭਾਈ ਸਿੰਘੋ ਮੈਨੂੰ ਪਿਆਰ ਕਰਦੇ ਜੇ। ਤੇ ਸਿੰਘ ਕਹਿੰਦੇ ਨੇ ਕਿ ਆਪਣੀ ਜਾਨ ਨਾਲੋਂ ਵੀ ਵੱਧ। ਤੇ ਕਹਿੰਦੇ ਜੇ ਮੈਨੂੰ ਪਿਆਰ ਕਰਦੇ ਜੇ ਮੈਂ ਪਿਆਰ ਕਰਨਾ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਤੇ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਵਾਸਤਾ ਜੇ, ਇਹਨਾਂ ਨੂੰ ਕੁਝ ਨਹੀਂ ਕਹਿਣਾ, ਕਿਉਂਕਿ ਇਹ ਤੇ ਚੁੱਲ੍ਹੇ ਬੰਦ ਕਰਨ ਆਏ ਨੇ ਨਾ। ਤੇ ਜੇ ਤੁਸੀਂ ਸੱਚਮੁੱਚ ਪਿਆਰ ਕਰਦੇ ਜੇ ਆਪਣੇ ਆਪਣੇ ਘਰਾਂ 'ਚ ਪਿੰਡਾਂ 'ਚ ਇਹ ਸਾਰੇ ਚੁੱਲ੍ਹੇ ਬਾਲ ਦਿਓ, ਘਰ ਘਰ ਦੇ ਵਿੱਚ ਤਵੀਆਂ ਰੱਖ ਦਿਓ, ਦੇਗਾਂ ਬਾਲ ਦਿਓ, ਗੁਰੂ ਦਾ ਲੰਗਰ ਘਰ ਘਰ ਦੇ ਵਿੱਚੋਂ ਚੱਲੇ। ਇਹ ਤੇ ਖਤਮ ਕਰਨਾ ਚਾਹੁੰਦੇ ਨੇ। ਜੇ ਮੈਨੂੰ ਪਿਆਰ ਕਰਦੇ ਜੇ ਫਿਰ ਇਹ ਕੰਮ ਕਰੋ। ਖੈਰ ਉੱਥੇ ਗ੍ਰਿਫਤਾਰ ਕੀਤਾ ਗਿਆ, ਲਾਹੌਰ ਲੈ ਗਏ। ਔਰ ਲਾਹੌਰ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਸੀ ਸਭ ਤੋਂ ਪਹਿਲੋਂ ਕਿ ਤੂੰ ਕਹਦੇ ਸਿੱਖ ਨਹੀਂ, ਇਸਲਾਮ ਨੂੰ ਧਾਰਨ ਕਰ। ਹੁਣ ਉੱਥੇ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਤੇ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਕਿ ਤੂੰ ਆਪਣੇ ਸਿੱਖ ਧਰਮ ਨੂੰ ਤਿਆਗ ਦੇ, 25 ਸਾਲ ਦੀ ਉਮਰ ਹੈ, ਭਰ ਜਵਾਨੀ ਵਿੱਚ ਹਜੇ ਵਿਆਹ ਵੀ ਨਹੀਂ ਹੋਇਆ, ਦੁਨੀਆ ਤੂੰ ਦੇਖਣੀ ਹੈ, ਤੈਨੂੰ ਜਗੀਰਾ ਵੀ ਦੇ ਦਿਆਂਗੇ, ਤੂੰ ਆਪਣੇ ਧਰਮ ਨੂੰ ਤਿਆਗ ਦੇ। ਔਰ ਭਾਈ ਤਾਰੂ ਸਿੰਘ ਕਹਿੰਦੇ ਜ਼ਕਰੀਆ ਖਾਂ ਮੈਂ ਇੱਥੇ ਧਰਮ ਤਿਆਗਣ ਵਾਸਤੇ ਨਹੀਂ ਆਇਆ, ਤਨ ਤਿਆਗਣ ਵਾਸਤੇ ਆਇਆ। ਔਰ ਸਿੱਖਾਂ ਦੀਆਂ ਅਸੀਸਾਂ ਸਨ, ਜਿੱਥੇ ਮਾਂ ਅਸੀਸ ਦਿੰਦੀ ਸੀ ਕਿ ਨਿਮਖ ਨਾ ਵਿਸਰੋ ਤੁਮਕੋ ਹਰ ਹਰ। ਜਦੋਂ ਪ੍ਰਸ਼ਾਦਾ ਲੈ ਕੇ ਜਾਣਾ ਭਾਈ ਤਾਰੂ ਸਿੰਘ ਨੇ ਜਿੰਨੇ ਮਿਲਣਾ ਉਹਨੇ ਇੱਕੋ ਗੱਲ ਕਹਿਣੀ ਕਿ ਤਾਰੂ ਸਿੰਘ ਗੁਰੂ ਕਿਰਪਾ ਕਰੇ ਤੇਰੀ ਸਿੱਖੀ ਕੇਸਾਂ ਤੇ ਸੁਆਸਾਂ ਨਾਲ ਨਿਭ ਜਾਏ। ਔਰ ਇਹ ਜ਼ਕਰੀਆ ਖਾਂ ਉੱਥੇ ਕਹਿੰਦਾ ਸੀ ਇਹਨਾਂ ਕੇਸਾਂ ਕਰਕੇ ਕਿ ਤੇਰੇ ਕੇਸ ਜਿਹੜੇ ਨੇ, ਇਹ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜ਼ਕਰੀਆ ਖਾਂ ਕਹਿੰਦਾ ਮੈਂ ਜੁੱਤੀਆਂ ਮਾਰ ਮਾਰ ਕੇ ਝਾੜ ਦੇਣੇ ਨੇ। ਔਰ ਜਦੋਂ ਗੱਲ ਆਈ ਕੇਸਾਂ ਤੇ ਭਾਈ ਤਾਰੂ ਸਿੰਘ ਕਹਿੰਦੇ ਨੇ ਜੁੱਤੀਆਂ ਤੂੰ ਤੇ ਕੀ ਮਾਰਨੀਆਂ ਨੇ। ਇਹ ਗੁਰੂ ਕੇ ਸਿੰਘ ਦਾ ਅੱਜ ਬਚਨ ਹੈ ਕਿ ਤੈਨੂੰ ਜੁੱਤੀ ਅੱਗੇ ਲਾ ਕੇ ਲਿਜਾਣਾ ਹੈ। ਔਰ ਇਹ ਹਕੀਕਤ ਹੈ ਕਿ ਪਹਿਲੋਂ ਨਾਈ ਬੁਲਾਏ ਗਏ, ਭਾਵੇਂ ਕਿਸੇ ਨੇ ਕਹਿ ਦਿੱਤਾ ਕਿ ਉਹ ਲੋਹੇ ਦੀਆਂ ਤਾਰਾਂ ਬਣ ਗਈਆਂ ਜਾਂ ਤਾਂਬੇ ਦੀਆਂ, ਅਸਲ ਵਿੱਚ ਇਹ ਗੱਲ ਨਹੀਂ ਸੀ ਕਿ ਆਏ ਸਨ ਕੇਸ ਉੱਡਣ ਵਾਸਤੇ। ਜਦੋਂ ਭਾਈ ਤਾਰੂ ਸਿੰਘ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਦੇ ਸਨ, ਹੱਥੋਂ ਕੈਂਚੀਆਂ ਡਿੱਗ ਜਾਂਦੀਆਂ ਸਨ, ਇੰਨਾ ਖੌਫ ਸੀ। ਔਰ ਮੋਚੀ ਬੁਲਾਏ ਗਏ, ਮੋਚੀਆਂ ਨੂੰ ਪੈਸੇ ਦਿੱਤੇ ਗਏ। ਉਹਨਾਂ ਮੋਚੀਆਂ ਨੇ ਭਾਈ ਤਾਰੂ ਸਿੰਘ ਦੀ ਫਿਰ ਖੋਪੜੀ ਲਾਈ। ਔਰ ਰਤਨ ਸਿੰਘ ਭੰਗੂ ਨੇ ਉੱਥੇ ਜ਼ਿਕਰ ਕੀਤਾ ਹੈ ਕਿ ਮੋਚੀ ਨੇ ਮੱਥੇ ਦੇ ਉੱਤੇ ਰੱਖ ਕੇ ਉਹ ਜਦੋਂ ਪਿੱਛੋਂ ਸੱਟ ਮਾਰਦਾ ਹੈ, ਮੱਥੇ ਵਾਲੇ ਪਾਸੋਂ ਚੀਰਦਾ ਹੋਇਆ ਪਿੱਛੇ ਗਿੱਚੀ ਤੱਕ ਲੈ ਗਿਆ, ਦੂਸਰੇ ਪਾਸੋਂ ਫਿਰ ਮੱਥੇ ਤੇ ਰੱਖਿਆ ਤੇ ਉਸ ਰੰਬੇ ਨੂੰ, ਤਿੱਖੇ ਰੰਗੇ ਨੂੰ ਚੀਰਦਾ ਹੋਇਆ ਗਿੱਚੀ ਤੱਕ ਲੈ ਕੇ ਫਿਰ ਗਿੱਚੀ ਵਾਲੇ ਪਾਸੋਂ ਸੱਟ ਮਾਰੀ, ਖੋਪੜੀ ਲਾ ਦਿੱਤੀ। ਰਤਨ ਸਿੰਘ ਭੰਗੂ ਨੇ ਉੱਥੇ ਬੋਰ ਲਿਖੇ ਨੇ, ਕਹਿੰਦੇ ਪੈਨੇ ਥੇ ਰੰਬੇ ਰੱਖੇ ਮਾਥੇ ਮੱਧਿਓ ਦਿਓ ਟਿਕਾਏ। ਐਨ ਮੱਥੇ ਦੇ ਵਿਚਕਾਰ ਰੱਖ ਕੇ ਟਿਕਾ ਦਿੱਤੀ। ਫਿਰ ਮਾਥੇ ਤੇ ਕੰਨੋਂ ਤਾਈਂ
ਗਿੱਚਿਓਂ ਦੇ ਪਟਵਾਏ, ਮੱਥੇ ਤੋਂ ਲੈ ਕੇ ਪਿੱਛੇ ਕੰਨਾਂ ਤੱਕ, ਦੂਸਰੇ ਪਾਸੇ ਮੱਥੇ ਤੋਂ ਲੈ ਕੇ ਕੰਨਾਂ ਤੱਕ ਪਿੱਛੋਂ ਰੱਖ ਕੇ ਖੋਪੜ ਲਾ ਦਿੱਤਾ ਗਿਆ। ਔਰ ਜਦੋਂ ਖੋਪੜ ਲਾਇਆ ਹੈ, ਭਾਈ ਤਾਰੂ ਸਿੰਘ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਔਰ ਫਿਰ ਬੇਨਤੀ ਕਰ ਰਹੇ, ਇਹ ਖੋਪੜ ਅੱਜ ਦੇ ਦਿਨ ਨਹੀਂ, ਅੱਜ ਤੋਂ 22 ਦਿਨ ਪਹਿਲੋਂ ਲਾ ਦਿੱਤਾ ਸੀ। ਔਰ ਗੁਰੂ ਕੇ ਸਿੰਘ ਨੇ ਜਿਹੜੇ ਬੋਲ ਕਹੇ ਸਨ, ਰਾਤ ਨੂੰ ਜ਼ਕਰੀਆ ਖਾਂ ਨੂੰ ਉਹ ਪਿਸ਼ਾਬ ਦਾ ਬੰਨ ਪਿਆ, ਵੈਦਾ ਹਕੀਮਾਂ ਨੇ ਜ਼ੋਰ ਲਾ ਲਿਆ ਔਰ ਉਸੇ ਵੇਲੇ ਦੇ ਮਨ ਦੇ ਵਿੱਚ ਆ ਜ਼ਰੂਰ ਗਈ ਕਿ ਰੱਬ ਦੇ ਬੰਦੇ ਨੂੰ ਬਿਨਾਂ ਕਿਸੇ ਕਸੂਰ ਤੋਂ ਤਸੀਹੇ ਦੇ ਕੇ ਮਾਰਨ ਦਾ ਯਤਨ ਕੀਤਾ ਹੈ। ਹੋਵੇ ਨਾ ਹੋਵੇ ਤੇ ਗੱਲਬਾਤ ਸਾਰੀ ਉਹੀ ਹੈ। ਇਹ ਭਾਈ ਤਾਰੂ ਸਿੰਘ ਕੋਲ ਵੀ ਗਿਆ, ਪਰ ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਮੈਂ ਤਾਂ ਕੁਝ ਕਿਹਾ ਹੀ ਨਹੀਂ। ਇਹਨੇ ਵਿੱਚ ਭਾਈ ਸੁਬੇਗ ਸਿੰਘ ਨੂੰ ਪਾਇਆ। ਭਾਈ ਸੁਬੇਗ ਸਿੰਘ ਭਾਈ ਤਾਰੂ ਸਿੰਘ ਦੇ ਕੋਲ ਜਾਂਦਾ ਹੈ ਕਿ ਉਹਨੂੰ ਪਛਤਾਵਾ ਹੈ ਆਪਣੀ ਗਲਤੀ ਦਾ, ਕੀਤਾ ਤੂੰ ਨੇ ਪਾਪ ਹੈ, ਤੇ ਭਾਈ ਤਾਰੂ ਸਿੰਘ ਜੇ ਤੂੰ ਬਖਸ਼ ਦੇਵੇਂ ਇਹਦਾ ਬੰਨ ਟੁੱਟ ਸਕਦਾ ਹੈ। ਤੇ ਭਾਈ ਤਾਰੂ ਸਿੰਘ ਕਹਿੰਦੇ ਸਨ ਹੁਣ ਗੱਲ ਮੇਰੀ ਨਹੀਂ। ਇਹਨੇ ਗੁਰੂ ਦੇ ਪੱਗ ਨੂੰ ਹੱਥ ਪਾਇਆ, ਗੁਰੂ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਹੈ। ਹੁਣ ਇਹਦਾ ਫੈਸਲਾ ਜਿਹੜਾ ਵੀ ਕਰੇਗਾ ਉਹ ਪੰਥ ਕਰੇਗਾ। ਔਰ ਭਾਈ ਸੁਬੇਗ ਸਿੰਘ ਅਕਾਲ ਤਖਤ ਤੇ ਆਏ ਸੀ, ਸਿੰਘਾਂ ਦੇ ਨਾਲ ਆ ਕੇ ਇਹ ਬੇਨਤੀ ਉਹਨਾਂ ਕੋਲ ਵੀ ਰੱਖੀ ਕਿ ਭਾਈ ਤਾਰੂ ਸਿੰਘ ਨੇ ਇਹ ਸਾਰਾ ਫੈਸਲਾ ਹੁਣ ਤੁਹਾਡੇ ਤੇ ਛੱਡਿਆ ਹੈ। ਤੇ ਸਿੰਘ ਪੰਥ, ਸਿੱਖ ਪੰਥ ਦੇ ਵਿੱਚ ਵੀ ਉਦੋਂ ਰੋਸ ਸੀ ਕਿ ਹੁਣੇ ਚੜ੍ਹਾਈ ਕਰੀਏ, ਜਾ ਕੇ ਪਹਿਲੋਂ ਦੋ ਹੱਥ ਕਰੀਏ। ਪਰ ਭਾਈ ਤਾਰੂ ਸਿੰਘ ਦਾ ਜਿਹੜਾ ਉਸ ਵੇਲੇ ਦਾ ਸਾਰਿਆਂ ਨੂੰ ਬੇਨਤੀ ਸੀ ਕਿ ਭਾਈ ਇਹਨਾਂ ਤੇ ਚੜ੍ਹਾਈ ਨਹੀਂ, ਜੇ ਕਰਨਾ ਤੇ ਘਰ ਘਰ ਵਿੱਚ ਲੰਗਰ ਬਣਾਇਓ। ਹੁਣ ਸਿੰਘਾਂ ਨੇ ਉੱਥੇ ਫੈਸਲਾ ਕਰ ਦਿੱਤਾ ਜੇ ਉਹ ਠੀਕ ਹੁੰਦਾ ਹੈ ਤੇ ਫਿਰ ਭਾਈ ਤਾਰੂ ਸਿੰਘ ਦੇ ਬੋਲਾਂ ਨੂੰ ਪੂਰਾ ਕਰੋ। ਭਾਈ ਤਾਰੂ ਸਿੰਘ ਨੇ ਕਿਹਾ ਹੈ ਨਾ, ਉਹਦੇ ਸਿਰ ਦੇ ਵਿੱਚ ਜਾ ਕੇ ਭਾਈ ਤਾਰੂ ਸਿੰਘ ਦਾ ਇੱਕ ਛਿੱਤਰ ਲਵੋ, ਜੁੱਤੀ ਲਵੋ, ਸਿਰ 'ਚ ਮਾਰੋ। ਉਰੇ ਆਪ ਜੀ ਜਾਣਦੇ ਹੋ ਕਿ ਜਿਵੇਂ ਜਿਵੇਂ ਛਿੱਤਰ ਵੱਜਦੇ ਸਨ ਥੋੜ੍ਹਾ ਜਿਹਾ ਬੰਨ ਟੁੱਟਦਾ ਸੀ। ਉਹ ਜੁੱਤੀ ਅੱਗੇ ਲਾ ਕੇ ਭਾਈ ਤਾਰੂ ਸਿੰਘ ਜੀ ਲੈ ਗਏ ਤੇ 10-12 ਦਿਨ 'ਚ ਖਤਮ ਹੋ ਗਿਆ। ਭਾਈ ਤਾਰੂ ਸਿੰਘ 12 ਦਿਨ ਹੋ ਗਏ, 22 ਦਿਨ ਹੋ ਗਏ, ਖੋਪੜੀ ਲੱਥੀ ਨਹੀਂ। ਉੱਥੇ ਸਿੰਘਾਂ ਨੇ ਕੁਝ ਵੈਦ ਹਕੀਮ ਉਹ ਇਕੱਠੇ ਵੀ ਕੀਤੇ ਸਨ ਕਿ ਭਾਈ ਤਾਰੂ ਸਿੰਘ ਕਿਸੇ ਤਰ੍ਹਾਂ ਇਲਾਜ ਹੋ ਜਾਏ। ਤੇ ਭਾਈ ਤਾਰੂ ਸਿੰਘ ਨੇ ਉਦੋਂ ਇਹ ਬੇਨਤੀ ਕੀਤੀ ਸੀ ਕਿ ਨਹੀਂ, ਧੰਨ ਗੁਰੂ ਰਾਮਦਾਸ ਜੀ ਦੇ ਉਸ ਸਰੋਵਰ ਦਾ ਜਲ ਲਿਆਓ, ਇਸ਼ਨਾਨ ਕਰਾਓ। ਇਸ਼ਨਾਨ ਕੀਤਾ ਗਿਆ। ਗੁਰੂ ਕੇ ਸਿੰਘਾਂ ਨੇ ਦੇਗ ਬਣਾਈ, ਆਨੰਦ ਸਾਹਿਬ ਦਾ ਪਾਠ ਕੀਤਾ। ਜਦੋਂ ਅਰਦਾਸ ਕਰਕੇ ਭੋਗ ਪਾਇਆ ਗਿਆ ਤੇ ਅੱਜ ਦੇ ਦਿਨ 1720 ਔਰ ਸਾਉਣ ਦੀ ਹਰ ਸੰਗਰਾਂਦ ਨੂੰ ਬੇਨਤੀ ਕੀਤੀ ਸੀ ਕਿ ਦਿਹਾੜਾ ਹੁੰਦਾ ਹੈ ਕਿ ਭਾਈ ਤਾਰੂ ਸਿੰਘ ਜੀ ਨੇ ਆਪਣੇ ਸਰੀਰ ਨੂੰ ਤਿਆਗਿਆ ਔਰ ਸਤਿਗੁਰ ਸਿੱਤੇ ਰਤਿਆ ਦਰਗਾਹ ਪਾਈਆ ਠਾਉ, ਕਹਿ ਲਈ ਕਿ ਰੱਬ ਦੀ ਦਰਗਾਹ ਵਿੱਚ ਪਹੁੰਚੇ। ਔਰ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦਾ ਪ੍ਰੇਮ ਬਣਿਆ ਹੁੰਦਾ ਫਿਰ ਕੱਲਾ ਮਨ ਕਰਕੇ ਨਹੀਂ, ਤਨ ਕਰਕੇ ਵੀ। ਅੱਜ ਦਾ ਪਾਵਨ ਬਚਨ ਹੈ, ਤਨ ਮਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਜਿਨ੍ਹਾਂ ਨੇ ਨਾਮ ਦਾ ਆਧਾਰ ਕੇਵਲ ਇੱਕੋ ਨੇ ਬਣਾਇਆ, ਕੱਲਾ ਮਨ ਨਹੀਂ, ਤਨ ਵੀ ਰੰਗਿਆ ਜਾਂਦਾ ਹੈ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਬਾਕੀ ਬਾਹਰ ਦੇ ਜਿਹੜੇ ਜਿੰਨੇ ਰੰਗ ਨੇ ਜ਼ਹਿਰ ਰੂਪੀ, ਇਹ ਇੱਕ ਦਿਨ ਸਾਰੇ ਸਵਾਹ ਹੋ ਜਾਣੇ ਨੇ। ਔਰ ਇੱਥੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਮਝਾਇਆ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਕਿ ਸਾਉਣ ਦੇ ਮਹੀਨੇ ਵਿੱਚ ਗੁਰੂ ਬੱਦਲ ਬਣ ਕੇ ਵਰਸਦਾ ਹੈ ਭਾਈ। ਇਹ ਅੰਮ੍ਰਿਤ ਬੂੰਦ ਮਿਲਦੀ ਹੈ ਭਾਗਾਂ ਵਾਲਿਆਂ ਨੂੰ। ਤੇ ਫਿਰ ਕਹਿੰਦੇ ਆਪਣੇ ਆਪ ਨਹੀਂ ਪੀਤੀ ਜਾਣੀ ਭਾਈ, ਮਿਲ ਸਾਧੂ ਪੀਵਣ ਹਾਰ। ਇਹ ਗੁਰੂ ਸਾਧੂ ਨੂੰ ਮਿਲ ਕੇ ਹੀ ਇਹ ਅੰਦਰ ਮੁੱਖ 'ਚ ਜਾਣੀ ਹੈ, ਅੰਦਰ ਹਿਰਦੇ 'ਚ ਵਸਣੀ ਹੈ। ਵਣ ਤੈਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਤੇ ਜਿਨ੍ਹਾਂ ਦਾ ਇਹ ਪ੍ਰੇਮ ਬਣ ਜੇ, ਮਨ ਤਨ ਰੰਗਿਆ ਜਾਏ, ਫਿਰ ਕਹਿੰਦੇ ਉਹਨਾਂ ਨੂੰ ਸਾਰਾ ਵਣ ਤੈਨ ਪ੍ਰਭ ਸੰਗ ਮੌਲਿਆ ਨਾ, ਇਹ ਮਹਿਸੂਸ ਹੁੰਦਾ ਕਿ ਸਾਰੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ। ਉਹ ਸਮਰੱਥ ਪੁਰਖ ਐਡਾ ਅਪਾਰ ਹੈ, ਐਡਾ ਬੇਅੰਤ ਹੈ ਕਿ ਸਾਰੇ ਉਹਦੇ ਰੰਗ ਵਿੱਚ ਰੰਗੇ ਨੇ। ਹਰ ਮਿਲਣਾ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਤੇ ਉਹਦੇ ਅੰਦਰ ਦੀ ਇਹ ਤੰਗ ਹਰ ਵੇਲੇ ਰਹਿੰਦੀ ਹੈ ਕਿ ਮਿਲਣ ਦੇ ਲਈ ਮਨ ਲੋਚਦਾ ਹੈ, ਪਰ ਕਰਮ ਮਿਲਾਵਣ ਹਾਰ। ਦੇਖੋ ਇੱਕ ਪਾਵਨ ਵਚਨ ਗੁਰੂ ਸਾਹਿਬ ਜੀ ਨੇ ਪਹਿਲੋਂ ਵਰਤਿਆ ਹੈ ਕਿ ਕਿਰਤ ਕਰਮ ਕੇ ਵਿਛੜੇ, ਕਰਮਾਂ ਕਰਕੇ ਤੇ ਵਿਛੜ ਗਏ,
ਪਰ ਇੱਥੇ ਕਹਿੰਦੇ ਨੇ ਕਰਮ ਮਿਲਾਵਣਹਾਰ। ਔਰ ਪਾਠ ਕਰਨ ਵਾਲੇ ਜਿੰਨੇ ਵੀਰ ਭੈਣ ਨੇ ਜ਼ਰੂਰ ਇੱਥੇ ਧਿਆਨ ਦੇਣ, ਇੱਥੇ ਕਰਮ ਦੇ ਮੰਮੇ ਨੂੰ ਸਿਆਰੀ ਹੈ। ਇੱਥੇ ਕਰਮ ਦਾ ਅਰਥ ਕੀਤੇ ਹੋਏ ਕਰਮ ਨੇ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼, ਕਿਰਪਾ। ਇਹ ਗੁਰੂ ਕਿਰਪਾ ਕਰੇ ਤੇ ਮਿਲਿਆ ਜਾ ਸਕਦਾ ਹੈ। ਸਤਿਗੁਰੂ ਜੀ ਨੇ ਅਖੀਰ ਤੇ ਫਿਰ ਬੇਨਤੀ ਕੀਤੀ, ਕਹਿੰਦੇ ਜਿਨਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਪਾ ਲਿਆ, ਕਿ ਸਤਿਗੁਰੂ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਨਾ ਹਾਂ। ਨਾਨਕ ਹਰਿ ਜੇ ਮਾਇਆ ਕਰ ਸ਼ਬਦ ਸਵਾਰਨਹਾਰ। ਮਾਇਆ ਦਾ ਅਰਥ ਵੀ ਦਇਆ, ਕਿਰਪਾ। ਧੰਨ ਗੁਰੂ ਅਰਜਨ ਦੇਵ ਜੀ ਅਖੀਰ ਤੇ ਕਹਿੰਦੇ ਨੇ ਇਹ ਹਰੀ ਜੀ ਰੱਬ ਜੀ ਕਿਰਪਾ ਕਰੋ, ਸ਼ਬਦ ਦੇ ਦੱਦੇ ਨੂੰ ਇਸ਼ਾਰੇ, ਸ਼ਬਦ ਦੇ ਰਾਹੀਂ ਤੁਸੀਂ ਮਿਲਾਉਣ ਯੋਗ ਜੇ, ਸਮਰੱਥ ਜੇ। ਸ਼ਬਦ ਸਵਾਰਨਹਾਰ, ਸ਼ਬਦ ਦੇ ਰਾਹੀਂ ਸਾਡੇ ਜੀਵਨ ਨੂੰ ਸਵਾਰਨ ਦੇ ਤੁਸੀਂ ਸਮਰੱਥ ਜੇ। ਕਿਰਪਾ ਕਰੋ ਜੀਵਨ ਨੂੰ ਸਵਾਰ ਦਿਓ। ਔਰ ਫਿਰ ਜਿਨ੍ਹਾਂ ਦਾ ਜੀਵਨ ਗੁਰੂ ਨੇ ਸਵਾਰਿਆ ਹੈ, ਕਹਿੰਦੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸਾਵਣ ਹੈ ਰਸ ਦੇ ਨਾਲ ਭਰਿਆ, ਪਰ ਕਹਿੰਦੇ ਉਹਨਾਂ ਜੀਵ ਰੂਪੀ ਸੁਹਾਗਣਾ ਵਾਸਤੇ ਭਾਈ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਆਪਣੇ ਗਲ ਦੇ ਵਿੱਚ ਹਾਰ ਬਣਾ ਕੇ ਪਾ ਲਿਆ, ਆਪਣੇ ਹਿਰਦੇ ਰੂਪੀ ਗਲ 'ਚ ਪਾਇਆ ਹੈ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਸਵਾਰੇ ਰਾਗੀ ਸਿੰਘ ਆਏ ਨੇ, ਸਮੇਂ ਦੀ ਸਮਾਪਤੀ ਹੈ। आओ इतनी बेनती प्रवान करनी है, जितने भी जुड़ बैठे हो अखीर ते हाजरी लवाओ सारे रखो जी। वाहिगुरु जी का खालसा, वाहिगुरु जी की फतेह।